रेडियो लोहगढ़ ते आप सब का स्वागत है। मैं वरपाल सिंह ते मेरे नाल ने वीर गुरप्रीत सिंह। साडे दोहां वल्लों वाहिगुरू जी का खालसा वाहिगुरू जी की फतेह। आपां लड़ीवार किताब पढ़ रहे हैं आद बीड़ बारे, जिहड़ी प्रोफैसर साहब सिंह हुणां दी लिखी हुई आ। ते इहदे विच प्रोफैसर साहब सिंह हुणी जिहड़े गुरु ग्रंथ साहब बारे पाए जांदे भुलेखे आ, उन्हां नूं वारी वारी करके बड़े सोहणे तरीके दे नाल टैकल करदे ने जी, ते उन्हां दा बड़ा वधिया तर्क ते आधारित जवाब दिंदे ने। ते ओह तिन्न जिहड़े पैमाने ने वो वरतदे ने भी एक ते जिवें तर्क वो ते भी जे तर्क ते इह जिहड़ी कोई भी जिहड़ी कहानी घड़ी गई आ भी वो गैर तार्किक लगदी आ ते उहनूं रिजैक्ट करदे ने। दूजा हैगा आ भी जिहड़ा गुरु नानक पातशाह दे जीवन दे नाल संबंधित साखीआं ने भी उन्हां दे विच जो किहा गया भी ਉਹਦਾ फिर सहारा लैके ते वो साबित करदे ने भी ये गल संभव सीगी कि नहीं। ते तीजा गुरबाणी दा पक्ख भी गुरु ग्रंथ साहब दीआं जिहड़ी गुरबाणी दीआं स्टेटमेंटां ने भी उन्हां दे उत्ते भी ये गल्लां जिहड़ियां ने जां कह लो भी गुरु ग्रंथ साहब दा जिहड़ा अंदरला एविडेंस आ जी भी टैक्सचुअल एनालिसिस दे विच ते होर जिहड़े पैमाने ने भी उन्हां राहीं गुरु ग्रंथ साहब दे अंदरों जो साडे सामणे आउंदा आ जी, ਉਹਦੇ ਮੁਤਾਬਕ ਵੀ ਇਹ ਕਹਾਣੀਆਂ ਜਿਹੜੀਆਂ ਨੇ ਵੀ ਉਹ ਸੰਭਵ ਹੈ ਨੇ ਕਿ ਨਹੀਂ। ਤੇ ਇਹਨਾਂ ਤਿੰਨਾਂ ਪੈਮਾਨਿਆਂ ਨੂੰ ਲਾ ਕੇ ਇਸ ਕਿਤਾਬ ਦੇ ਵਿੱਚ ਉਹ ਬੜੇ ਸੋਹਣੇ ਤਰੀਕੇ ਦੇ ਨਾਲ ਵੀ ਗੈਰ ਸਿੱਖਾਂ ਵੱਲੋਂ ਤੇ ਸਿੱਖੀ ਦੇ ਦੋਖੀਆਂ ਵੱਲੋਂ ਵੀ ਜਿਹੜੀਆਂ ਕਹਿ ਲਓ ਵੀ ਮਨਮਤੀ ਕਹਾਣੀਆਂ ਘੜ ਕੇ ਗੁਰੂ ਪਾਤਸ਼ਾਹੀਆਂ ਦੇ ਨਾਲ ਜੋੜ ਦਿੱਤੀਆਂ ਗਈਆਂ ਤੇ ਗੁਰਬਾਣੀ ਨੂੰ ਜਿਹੜਾ ਆ ਵੀ ਉਹ ਮਿਸ ਇੰਟਰਪ੍ਰੈਟ ਕੀਤਾ ਗਿਆ। ਤੇ ਇਹ ਗੱਲ ਮਤਲਬ ਅੱਜ ਦੀ ਨਹੀਂ, ਕਹਿ ਲਓ ਵੀ ਜਦੋਂ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਹੀ ਇਹ ਜਿਹੜੇ ਚਾਲਾਂ ਨੇ ਵੀ ਇਹ ਦੁਸ਼ਮਣ ਵੱਲੋਂ ਚੱਲੀਆਂ ਜਾਂਦੀਆਂ ਰਹੀਆਂ। ਤੇ ਇਹ ਜਿਹੜੀ ਕਿਤਾਬ ਆ ਪ੍ਰੋਫੈਸਰ ਸਾਹਿਬ ਸਿੰਘ ਨਾਲ ਹੀ ਇਹਨੂੰ ਆਪਾਂ ਇਹ ਕਹਿ ਸਕਦੇ ਹਾਂ ਵੀ 20ਵੀਂ ਸਦੀ ਦੇ ਜਿਹੜੇ ਸਿੱਖ ਸੀਗੇ ਵੀ ਉਹਨਾਂ ਵੱਲੋਂ ਵੀ ਜਿਹੜੀਆਂ ਉਸ ਸਮੇਂ ਤੱਕ ਵੀ ਇਹ ਚਾਲਾਂ ਜਿਹੜੀਆਂ ਵੀ ਸਰਵਾਈਵ ਕਰ ਗਈਆਂ ਸੀ ਉਹਨਾਂ ਦਾ ਜਵਾਬ ਆ ਜੀ। ਤੇ ਆਪਾਂ ਕਾਫੀ ਜਿਹੜੇ ਭਾਗ ਨੇ ਇਹਦੇ ਵੀ ਆਪਾਂ ਪੜ੍ਹ ਲਏ ਨੇ ਜੀ। ਤੇ ਆਪਾਂ ਮੇਰਾ ਖਿਆਲ ਹੁਣ ਹੈਗੇ ਆ ਵੀ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਜਿਹੜੀਆਂ ਨੇ ਉਹ ਅਸੀਂ ਕਰ ਲਈਆਂ ਆ ਭਾਜੀ। ਤੇ ਅਸੀਂ ਜਿਹੜਾ ਸੀਗਾ ਬਾਣੀ ਦਾ ਪਰਸਪਰ ਟਾਕਰਾ ਠੀਕ ਹੈ ਪਿਛਲੀ ਵਾਰ ਆਪਾਂ ਚੈਪਟਰ ਸ਼ੁਰੂ ਕੀਤਾ, ਤੀਜਾ ਪੈਮਾਨਾ ਜਿਹੜਾ ਆ ਵੀ ਉਹ 'ਤੇ ਆਪਾਂ ਆ ਗਏ ਹਾਂਜੀ, ਉਹਦੇ 'ਤੇ ਆ ਗਏ। ਅਤੇ ਉਹਦੇ ਵਿੱਚ ਗਾਹਾਂ ਉਹ ਲਿਖਦੇ ਹਨ ਕਿ ਸਾਰੀ ਬਾਣੀ ਗੁਰੂ ਅੰਗਦ ਦੇਵ ਜੀ ਨੂੰ ਇਹ ਸਿਰਲੇਖ ਹੈਗਾ ਆ ਰਾਈਟ। ਅਤੇ ਅੱਗੇ ਲਿਖਦੇ ਹਨ ਕਿ ਸਤਿਗੁਰੂ ਨਾਨਕ ਦੇਵ ਜੀ ਦਾ ਜੀਵਨ ਇਤਿਹਾਸ ਦੇਣ ਵਾਲੀ ਸਭ ਤੋਂ ਪੁਰਾਣੀ ਪੁਸਤਕ ਪੁਰਾਤਨ ਜਨਮ ਸਾਖੀ ਹੈ। ਇਹ ਸਾਖੀ ਪੰਜਵੇਂ ਸਤਿਗੁਰਾਂ ਦੇ ਸਮੇਂ ਜਾਂ ਮਗਰੋਂ ਲਿਖੀ ਗਈ। ਇਸ ਦੀ ਬੋਲੀ ਅਤੇ ਅੱਖਰਾਂ ਦਾ ਖਿਆਲ ਕਰਕੇ ਇਸ ਨੂੰ 6ਵੀਂ ਪਾਤਸ਼ਾਹੀ ਦੇ ਸਮੇਂ ਦੀ ਵੀ ਕਈ ਸਿਆਣਿਆਂ ਨੇ ਸਹੀ ਕੀਤਾ ਹੈ। ਬਿਲਕੁਲ ਇਹਦੇ ਵਿੱਚ ਆਪਾਂ ਇਹ ਗੱਲ ਕਹੀਏ ਵੀ ਜਦੋਂ ਆਪਾਂ ਜਨਮ ਸਾਖੀ ਪਰੰਪਰਾ ਕਿਤਾਬ ਜਿਹੜੀ ਆ ਡਾਕਟਰ ਕਿਰਪਾਲ ਸਿੰਘ ਹੋਣਾ ਦੀ ਜੀ ਵੀ ਉਹ ਪੜ੍ਹੀ ਆ ਜੀ। ਤੇ ਇਹ ਧਿਆਨ ਰੱਖੀਏ ਵੀ ਪ੍ਰੋਫੈਸਰ ਸਾਹਿਬ ਸਿੰਘ ਹੁਣੀ ਲਿੰਗੁਇਸਟ ਨੇ ਹਾਂਜੀ, ਯਾਨੀ ਕਿ ਭਾਸ਼ਾ ਵਿਗਿਆਨੀ ਨੇ ਜੀ। ਤੇ ਡਾਕਟਰ ਕਿਰਪਾਲ ਸਿੰਘ ਹੁਣੀ ਹਿਸਟੋਰੀਅਨ ਨੇ ਯਾਨੀ ਇਤਿਹਾਸਕਾਰ। ਅਤੇ ਉਹਨਾਂ ਦੀ ਜਿਹੜੀ ਹਿਸਟੋਰੀਕਲ ਰਿਸਰਚ ਸੀਗੀ ਉਹ ਇਹ ਬਿਆਨ ਕਰਦੀ ਆ ਵੀ ਇਹ ਜਿਹੜੀ ਪੁਰਾਤਨ ਜਨਮ ਸਾਖੀ ਆ ਇਹ 1624 ਤੋਂ 1634 ਦੇ ਸਮੇਂ ਦੇ ਦੌਰਾਨ ਲਿਖੀ ਗਈ ਜੀ। ਅਤੇ ਉਹਦੇ ਵਿੱਚ ਹੁਣ ਉਹ ਇਹ ਦੋ ਸਾਖੀਆਂ ਨੇ ਸਭ ਤੋਂ ਪੁਰਾਣੀਆਂ ਮੰਨੀਆਂ ਜਾਂਦੀਆਂ, ਇੱਕ ਪੁਰਾਤਨ ਜਨਮ ਸਾਖੀ, ਇੱਕ ਮਿਹਰਬਾਨ ਵਾਲੀ ਜਨਮ ਸਾਖੀ ਜੀ। ਸੋ ਇਹਨਾਂ ਦੋਵਾਂ ਦਾ ਹੀ ਜਿਹੜਾ ਲਿਖਣ ਕਾਲ ਆ ਵੀ ਉਹ 1624 ਤੋਂ 1634 ਦੇ ਵਿੱਚ ਦਾ। ਅਤੇ ਕੁਛ ਇਤਿਹਾਸਕਾਰਾਂ ਦੇ ਮੁਤਾਬਕ ਵੀ ਪੁਰਾਤਨ ਜਨਮ ਸਾਖੀ ਜਿਹੜੀ ਆ ਉਹ ਮਿਹਰਬਾਨ ਵਾਲੀ ਜਨਮ ਸਾਖੀ ਤੋਂ ਪਹਿਲਾਂ ਲਿਖੀ ਗਈ। ਅਤੇ ਕੁਛ ਇਤਿਹਾਸਕਾਰਾਂ ਦੇ ਮੁਤਾਬਕ ਵੀ ਜਿਹੜੀ ਮਿਹਰਬਾਨ ਵਾਲੀ ਜਨਮ ਸਾਖੀ ਆ ਉਹ ਪੁਰਾਤਨ ਜਨਮ ਸਾਖੀ ਤੋਂ ਪਹਿਲਾਂ ਲਿਖੀ ਗਈ। ਸੋ ਉਹ ਦੋਵੇਂ ਮਤਲਬ ਪਰ ਦੋਵੇਂ ਉਹ 10 ਸਾਲ ਦਾ ਜਿਹੜਾ ਟਾਈਮ ਪੀਰੀਅਡ ਆ ਵੀ ਉਹਦੇ ਅੰਦਰ ਹੀ ਲਿਖੀ। ਅਤੇ ਉਹ ਸਾਰਾ ਜਿਹੜਾ ਆ ਵੀ ਉਹਦੇ ਵਿੱਚ ਫਿਰ ਵੀ ਇਹ ਜੋ ਕੁਛ ਵੀ ਚੱਲਦਾ ਪਿਆ ਜੀ ਵੀ ਆਪਾਂ ਜਦੋਂ ਉਹਦੇ ਵਿੱਚ ਇਹ ਦੇਖਦੇ ਹਾਂ ਵੀ ਜਿਹੜਾ ਉਹਨਾਂ ਨੇ ਇਹ ਲਿਖਿਆ ਆ ਵੀ ਜਿਹੜੇ ਕੁਛ ਇਤਿਹਾਸਕਾਰ ਜਿਹੜੇ ਨੇ ਜਾਂ ਕੁਛ ਸਿਆਣੇ ਜਿਹੜੇ ਆ ਵੀ ਉਹ ਕਹਿੰਦੇ ਨੇ ਵੀ 6ਵੇਂ ਪਾਤਸ਼ਾਹ ਦੇ ਸਮੇਂ 'ਤੇ ਲਿਖੀ ਗਈ ਹੈ। ਅਤੇ ਉਹ ਅਸਲ ਦੇ ਵਿੱਚ ਵੀ ਜਿਹੜਾ ਬਹੁਤਾ ਐਵੀਡੈਂਸ ਆ ਉਹ ਇਹੀ ਕਹਿ ਰਿਹਾ ਵੀ 6ਵੇਂ ਪਾਤਸ਼ਾਹ ਦੇ ਟਾਈਮ ਦੇ ਉੱਤੇ ਵੀ ਇਹ ਜਿਹੜੀ ਜਨਮ ਸਾਖੀ ਆ ਵੀ ਉਹ ਲਿਖੀ ਗਈ ਸੀ। ਅੱਗੇ ਲਿਖਦੇ ਹਨ ਕਿ ਇਸ ਪੁਸਤਕ ਦੀ ਸਾਖੀ ਨੰਬਰ 56 ਅਤੇ 57 ਪਾਠਕਾਂ ਦੇ ਧਿਆਨ
ਯੋਗ ਕੀਤੀ ਜਾਂਦੀ ਹੈ। 56 ਨੰਬਰ ਸਾਖੀ ਇਸ ਤਰ੍ਹਾਂ ਹੈ। ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ। ਤਬ ਬਾਬਾ ਜੀ ਰਾਵੀ ਦੇ ਕਿਨਾਰੇ ਆਇਆ, ਤਦੋਂ ਪੈਸੇ 5 ਬਾਬੇ ਜੀ ਗੁਰੂ ਅੰਗਦ ਜੀ ਕੈ ਅੱਗੇ ਰੱਖ ਕੇ ਪੈਰੀ ਪਿਆ। ਤਦੋਂ ਪਰਿਵਾਰ ਵਿੱਚ ਖਬਰ ਹੋਈ ਤਾਂ ਸਰਬੱਤ ਸੰਗਤ ਵਿੱਚ ਖਬਰ ਹੋਈ। ਤਬ ਜੋ ਗੁਰੂ ਬਾਬਾ ਚਲਾਣਾ ਦਾ ਘਰ ਹੈ, ਤਦੋਂ ਸੰਗਤੀ ਦਰਸ਼ਨ ਆਈਆਂ, ਹਿੰਦੂ ਮੁਸਲਮਾਨ ਸਭ ਆਏ। ਯਾਨੀ ਕਿ ਵੀ ਮਤਲਬ ਉਹ ਇਹ ਕਹਿ ਰਹੇ ਆ ਜੀ ਵੀ ਜਿਹੜਾ ਆਖਰੀ ਟਾਈਮ ਸੀਗਾ ਗੁਰੂ ਨਾਨਕ ਪਾਤਸ਼ਾਹ ਦਾ ਜੀ, ਉਹਦਾ ਜਿਹੜਾ ਆ ਵੀ ਉਹ ਬਿਆਨ ਜ਼ਿਕਰ ਕਰ ਰਹੇ ਪਏ। ਤੇ ਫਿਰ 57 ਨੰਬਰ ਸਾਖੀ ਦਾ ਜ਼ਿਕਰ ਉਹਨਾਂ ਨੇ ਇਸ ਤਰ੍ਹਾਂ ਕੀਤਾ। ਜੋਤੀ ਜੋਤ ਸਮਾਉਣਾ। ਤਦੋਂ ਗੁਰੂ ਬਾਬਾ ਸਰੀਰ ਤਲੇ ਜਾਏ ਬੈਠਾ, ਸਰੀਹੋਂ ਸੁੱਕਾ ਖੜਾ ਥਾਂ ਸੋ ਹਰਿਆ ਹੋਆ, ਪਾਤ ਫੁੱਲ ਪਾਏ। ਤਬ ਗੁਰੂ ਅੰਗਦ ਪੈਰੀ ਪਿਆ। ਤਬ ਮਾਤਾ ਜੀ ਬੈਰਾਗ ਲੱਗੀ ਕਰਨ। ਤਬ ਸੰਗਤ ਲੱਗੀ ਸ਼ਬਦ ਗਾਵਣ ਅਲਹਾਣੀਆਂ। ਤਬ ਬਾਬਾ ਬਿਸਮਾਦ ਦੈ ਘਰ ਆਇਆ, ਤਿਤ ਮਹਿਲ ਹੁਕਮ ਹੋਆ, ਰਾਗ ਤੁਖਾਰੀ ਕੀਤਾ। ਬਾਬਾ ਬੋਲਿਆ 12 ਮਾਹ, ਰਾਤ ਅੰਮ੍ਰਿਤ ਵੇਲਾ ਹੋਆ, ਚਲਾਣੇ ਕੈ ਵਕਤ। ਤੁਖਾਰੀ ਛੰਤ ਮਹੱਲਾ ਪਹਿਲਾ 12 ਮਾਹ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਨਾਨਕ ਅਹਨਸ ਰਾਵੈ ਪ੍ਰੀਤਮ, ਹਰ ਵਰ ਥਿਰ ਸੁਹਾਗੋ। ਤਿਤ ਮਹਿਲ ਜੋ ਸ਼ਬਦ ਹੋਆ, ਸੋ ਪੋਥੀ ਗੁਰ ਅੰਗਦ ਜੋਗ ਮਿਲੀ। ਇਹਦੇ ਵਿੱਚ ਹੁਣ ਮਤਲਬ ਇਹ ਆ ਵੀ ਇੱਕ ਤੇ ਇਹ ਵੀ ਜਿਹੜਾ ਸਰੀਂ ਦਾ ਦਰਖਤ ਆ ਜੀ, ਉਹ ਕਹਿੰਦੇ ਵੀ ਉਹਦੇ ਥੱਲੇ ਜਾ ਕੇ ਤੇ ਉਹਨਾਂ ਨੇ ਆਪਣਾ ਜਿਹੜਾ ਵੀ ਉਹ ਬਹਿ ਗਏ ਤੇ ਉਹ ਫਿਰ ਉਹ ਜਿਹੜਾ ਸੁੱਕਾ ਪਿਆ ਸੀ ਦਰਖਤ ਵੀ ਉਹ ਹਰਾ ਹੋ ਗਿਆ, ਪੱਤੇ ਫੁੱਲ ਆ ਗਏ। ਤੇ ਇੱਕ ਤੇ ਇਹ ਚਮਤਕਾਰੀ ਪੱਖ ਜਿਹੜਾ ਆ। ਦੂਜਾ ਹੈਗਾ ਵੀ ਜਿਹੜਾ ਉਹ ਕਹਿੰਦੇ ਨਾ ਵੀ ਫੇਰ ਇਹ ਵੀ 12 ਮਾਹਾਂ ਦਾ ਜਿਹੜਾ ਆ ਵੀ ਉਹ ਸ਼ਬਦ ਉਚਾਰਿਆ ਜੀ, ਵੀ ਤੁਖਾਰੀ ਸ਼ੰਤ ਮਹੱਲਾ ਪਹਿਲਾ 12 ਮਾਹ ਜੀ, ਤੇ ਉਹ ਜਿਹੜਾ ਥੱਲੇ ਕੋਟ ਕਰਦੇ ਆ ਸਾਰਾ ਜੀ। ਹੁਣ ਇਹਦੇ ਵਿੱਚ ਦੋ ਗੱਲਾਂ ਨੇ ਵੀ ਇੱਕ ਤੇ ਇਹ ਆ ਵੀ ਜਿਹੜਾ ਨਾ ਕਾਵ ਰਚਨਾ ਦਾ ਜਿਹੜਾ ਅਸੂਲ ਵਰਤਿਆ ਜਾ ਰਿਹਾ ਆ, ਹਾਂਜੀ, ਭਈ ਕਿਸੇ ਦੀ ਸ਼ਖਸੀਅਤ ਨੂੰ ਜੇ ਆਮ ਨਾਲੋਂ ਉੱਪਰ ਦਿਖਾਉਣਾ ਆ, ਉਹਦੇ ਨਾਲ ਫਿਰ ਚਮਤਕਾਰ ਜਿਹੜਾ ਆ ਵੀ ਉਹ ਜੋੜ ਕੇ ਤੇ ਇੱਦਾਂ ਪੇਸ਼ ਕੀਤਾ ਜਾਂਦਾ ਹੈ। ਵੀ ਉਹਦੀ ਮਹੱਤਤਾ ਸਿਰਫ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਉਹ ਗੁਰੂ ਪਾਤਸ਼ਾਹ ਦੀ ਸ਼ਖਸੀਅਤ ਨੂੰ ਆਮ ਨਾਲੋਂ ਉਚੇਰਾ ਦਿਖਾਉਣ ਦੇ ਲਈ ਵੀ ਇਹ ਜਿਹੜਾ ਵੀ ਸਰੀਂ ਦਾ ਦਰਖਤ ਜਿਹੜਾ ਆ ਵੀ ਉਹ ਹਰਾ ਹੋ ਗਿਆ ਤੇ ਪੱਤੇ ਫੁੱਲ ਜਿਹੜੇ ਵੀ ਉਹਨੂੰ ਆ ਗਏ ਜੀ। ਤੇ ਇੱਕ ਤੇ ਉਹ ਆ। ਦੂਜਾ ਜਿਹੜਾ ਇਹ ਕਿਹਾ ਗਿਆ ਵੀ 12 ਮਾਹਾਂ ਦਾ ਜਿਹੜਾ ਸ਼ਬਦ ਆ ਫਿਰ ਉਹ ਗੁਰੂ ਪਾਤਸ਼ਾਹ ਨੇ ਉਚਾਰਿਆ ਜੀ। ਉੱਥੋਂ ਆਪਾਂ ਇਹ ਨਾ ਲਈਏ ਵੀ ਇਹ ਸ਼ਬਦ ਉਚਾਰਿਆ ਹੀ ਉਸ ਵੇਲੇ ਗਿਆ ਜਾਂ ਲਿਖਿਆ ਹੀ ਉਸ ਵੇਲੇ ਗਿਆ ਜੀ, ਬਿਲਕੁਲ। ਕਿਉਂਕਿ ਆਮ ਜਿਹੜੀ ਗੱਲ ਆ ਵੀ ਕਈ ਜਿਹੜੇ ਬਜ਼ੁਰਗ ਆ ਵੀ ਉਹਨਾਂ ਦਾ ਵੀ ਜਿੱਦਾਂ ਵੀ ਸਾਡੇ ਨਾਨੇ ਹੋਰਾਂ ਦਾ ਵੀ ਹੈਗਾ ਵੀ ਜਦੋਂ ਕਹਿ ਲਓ ਵੀ ਡੈਥ ਬੈੱਡ 'ਤੇ ਸੀਗੇ ਜੀ, ਤੇ ਪੂਰੇ ਹੋਣ ਵਾਲੇ ਸੀਗੇ, ਤੇ ਉਦੋਂ ਉਹਨਾਂ ਦਾ ਵੀ ਇਹ ਪਰਿਵਾਰ ਦੇ ਵਿੱਚ ਪ੍ਰਚਲਿਤ ਆ ਵੀ ਉਹਨਾਂ ਨੇ ਫਿਰ ਭਈ ਸ਼ਬਦ ਜਿਹੜਾ ਆ ਵੀ ਆਵਲਾ ਵੀ ਉਹਨਾਂ ਦੇ ਮੂੰਹ ਦੇ ਉੱਤੇ ਸੀਗਾ। ਸੋ ਉਹਦੀ ਸੰਭਾਵਨਾ ਹੈਗੀ ਆ ਭਈ ਜਦੋਂ ਕੋਈ ਕਹਿ ਲਓ ਵੀ ਆਖਰੀ ਸਾਹਾਂ ਦੇ ਉੱਤੇ ਆ ਤੇ ਉਹ ਆਪਣੇ ਮਨ ਦੇ ਵਿੱਚ ਜਾਂ ਆਪਣੀ ਜ਼ੁਬਾਨ ਦੇ ਉੱਤੇ ਵੀ ਕੋਈ ਸ਼ਬਦ ਜਿਹੜਾ ਉਹਨੂੰ ਪਿਆਰਾ ਲੱਗਦਾ ਹੈ ਵੀ ਉਹ ਆਪਣੀ ਜ਼ੁਬਾਨ ਦੇ ਉੱਤੇ ਰੱਖੇ। ਤੇ ਉਹ ਤੋਂ ਆਪਾਂ ਇਹ ਨਹੀਂ ਨਤੀਜਾ ਕੱਢ ਸਕਦੇ ਵੀ ਜੇ ਗੁਰੂ ਨਾਨਕ ਪਾਤਸ਼ਾਹ ਦੇ ਮੁਖਾਰ ਬਿੰਦ ਦੇ ਵਿੱਚੋਂ ਵੀ ਇਹ ਸ਼ਬਦ ਉਸ ਵੇਲੇ ਆ ਰਿਹਾ ਹੈ ਜੀ, ਤੇ ਇਹ ਉਚਾਰਿਆ ਹੀ ਉਸ ਵੇਲੇ ਗਿਆ, ਉਹ ਫਿਰ ਅਸੀਂ ਟਪਲਾ ਖਾਵਾਂਗੇ ਜੀ। ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਇਹਨਾਂ ਨੂੰ ਆਪਾਂ ਵੀ ਧਿਆਨ ਰੱਖੀਏ। ਹਾਂਜੀ, ਅੱਗੇ ਦੇਖੋ ਜੀ। ਅੱਗੇ ਫਿਰ ਉਹ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਦੀ ਪੋਥੀ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਤਾਂ ਬ੍ਰੈਕਟ 'ਚ ਚੂੰਕਿ ਇਹ ਗੁਰੂ ਨਾਨਕ ਪਾਤਸ਼ਾਹ ਦੀ ਜਾਇਦਾਦ ਸੀ ਜੋ ਉਹ ਵਿਰਸੇ ਵਿੱਚ ਦੇ ਰਹੇ ਸਨ। ਪੁਰਾਤਨ ਜਨਮ ਸਾਖੀ ਵਾਲਾ ਲਿਖਦਾ ਹੈ। ਫਿਰ ਅੱਗੇ ਪੁਰਾਤਨ ਜਨਮ ਸਾਖੀ ਦਾ ਉਹਨਾਂ ਨੇ ਹਵਾਲਾ ਦਿੱਤਾ ਹੈ। ਤਦੋਂ ਪੁੱਤਰਾਂ ਆਖਿਆ ਸਾਡਾ ਕਿਆ ਹਵਾਲ ਹੋਵੇਗਾ, ਤਦ ਗੁਰੂ ਬੋਲਿਆ ਬਚਨ ਆਖਿਆ ਜੋ ਬੇਟਾ ਗੁਰੂ ਕਿਆ ਕੁੱਤਿਆਂ ਨੂੰ ਵੀ ਕਮੀ ਨਹੀਂ, ਰੋਟੀਆਂ ਕੱਪੜੇ ਬਹੁਤ ਹੋਵਣਗੇ ਅਤੇ ਗੁਰੂ ਗੁਰੂ ਜਪੋਗੇ ਤਾਂ ਜਨਮ ਸਵਰੇਗਾ। ਇਹਨਾਂ ਉੱਪਰ ਦਿੱਤੀਆਂ ਦੋਹਾਂ ਸਾਖੀਆਂ ਤੋਂ ਅਸਾਂ ਦੋ ਜ਼ਰੂਰੀ ਗੱਲਾਂ ਵੇਖੀਆਂ ਹਨ। ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਉਣ ਸਮੇਂ ਗੁਰੂ ਅੰਗਦ ਸਾਹਿਬ ਉਹਨਾਂ ਦੇ ਪਾਸ ਹੀ ਸਨ। ਸਤਿਗੁਰੂ ਨਾਨਕ ਦੇਵ ਜੀ ਨੇ ਆਪਣੀ ਸਾਰੀ ਬਾਣੀ ਦੀ ਪੋਥੀ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਸੀ। ਹੁਣ ਅਸਾਂ ਪਰਖ ਦੀ ਤੀਜੀ ਕਸੌਟੀ ਵਰਤਣੀ ਹੈ ਤੇ ਉਹ ਹੈ ਸਾਰੇ ਗੁਰੂ ਮਹਿਲਾਂ ਦੀ ਬਾਣੀ ਦਾ ਆਪੋ ਵਿੱਚ ਟਾਕਰਾ। ਜੇ ਸਾਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਗੁਰੂ ਅੰਗਦ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੀ ਬਾਣੀ ਵਿੱਚ
ਕਈ ਪਹਿਲੂਆਂ ਤੋਂ ਡੂੰਘੀ ਸਮਾਨਤਾ ਦਿਸੇ ਤਾਂ ਇਸ ਤੋਂ ਕੁਦਰਤੀ ਨਤੀਜਾ ਇਹੀ ਨਿਕਲਣਾ ਚਾਹੀਦਾ ਹੈ ਕਿ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਸਿਲਸਿਲੇਵਾਰ ਹਰੇਕ ਗੁਰੂ ਵਿਅਕਤੀ ਤੱਕ ਅੱਪੜਦੀ ਰਹੀ ਤੇ ਅਖੀਰ ਵਿੱਚ ਗੁਰੂ ਅਰਜਨ ਸਾਹਿਬ ਤੱਕ ਪਹੁੰਚੀ। ਬਿਲਕੁਲ ਸਹੀ ਹੈ ਜੀ ਬਿਲਕੁਲ, ਕਿਉਂਕਿ ਇਹ ਵੀ ਉਹ ਕਹਿੰਦੇ ਵੀ ਹੁਣ ਇਹ ਦੋ ਜਿਹੜੀਆਂ ਕਹਿ ਲਓ ਵੀ ਗੈਰ ਗੁਰਬਾਣੀ ਤੋਂ ਬਾਹਰ ਦੇ ਜਿਹੜੇ ਹਵਾਲੇ ਵੀ ਉਹ ਦੋਵਾਂ ਦੇ ਵਿੱਚ ਇਹ ਗੱਲ ਕਹੀ ਗਈ ਆ ਵੀ ਇੱਕ ਤੇ ਇਹ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਜੋਤੀ ਜੋਤ ਸਮਾਏ ਉਸ ਵੇਲੇ ਗੁਰੂ ਅੰਗਦ ਪਾਤਸ਼ਾਹ ਉੱਥੇ ਮੌਜੂਦ ਸੀਗੇ ਜੀ, ਤੇ ਦੂਜੀ ਇਹ ਵੀ ਜਿਹੜੀ ਪੋਥੀ ਆ ਬਾਣੀ ਦੀ ਗੁਰੂ ਨਾਨਕ ਪਾਤਸ਼ਾਹ ਦੇ ਕੋਲੇ ਉਹ ਉਹਨਾਂ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਦਿੱਤੀ ਹੈ। ਤੇ ਜਦੋਂ ਉਹਨਾਂ ਨੇ ਦਿੱਤੀ ਆ ਤੇ ਉਹਦੇ ਜਵਾਬ ਦੇ ਵਿੱਚ ਜਾਂ ਇਹ ਦੇਖ ਕੇ ਵੀ ਪੋਥੀ ਜਿਹੜੀ ਉਹਨਾਂ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਦੇ ਦਿੱਤੀ ਆ ਤੇ ਜਿਹੜੇ ਗੁਰੂ ਨਾਨਕ ਪਾਤਸ਼ਾਹ ਦੇ ਪੁੱਤਰ ਨੇ ਉਹ ਫਿਰ ਸਵਾਲ ਕਰਦੇ ਆ ਵੀ ਸਾਡਾ ਕੀ, ਤੇ ਉਹ ਫਿਰ ਉਹ ਕਹਿੰਦੇ ਨੇ ਵੀ ਤੁਹਾਨੂੰ ਜਿਹੜਾ ਹੈਗਾ ਆ ਰੋਟੀ ਕੱਪੜਾ ਤੇ ਹੋਰ ਜੋ ਕੁਛ ਮਤਲਬ ਵੀ ਕਹਿ ਲਓ ਵੀ ਮਟੀਰੀਅਲ ਵਰਲਡ ਜਿਹੜਾ ਆ ਉਹਦੀਆਂ ਜਿਹੜੀਆਂ ਲੋੜਾਂ ਨੇ ਉਹਦਾ 'ਚ ਕੋਈ ਕਮੀ ਨਹੀਂ ਹੋਊ। ਔਰ ਉਹਦੇ ਆਪਾਂ ਐਵੀਡੈਂਸ ਵਜੋਂ ਹਿਸਟੋਰੀਕਲ ਤੱਥ ਆ ਵੀ ਜਿਹੜਾ ਆਪਾਂ ਇਹ ਜਾਣਦੇ ਆ ਵੀ ਜਿਹੜਾ ਕਰਤਾਰਪੁਰ ਦਾ ਸ਼ਹਿਰ ਵਸਾਇਆ ਗੁਰੂ ਨਾਨਕ ਪਾਤਸ਼ਾਹ ਨੇ ਉਹ ਬਾਬਾ ਲਖਮੀ ਦਾਸ ਨੂੰ ਦੇ ਦਿੱਤਾ ਤੇ ਬਾਬਾ ਸ੍ਰੀ ਚੰਦ ਨੂੰ ਦੇ ਦਿੱਤਾ ਤੇ ਬਾਬਾ ਸ੍ਰੀ ਚੰਦ ਨੇ ਤੇ ਕੋਲ ਵੀ ਦੁਨੀਆ ਹੀ ਤਿਆਗ ਦਿੱਤੀ ਸੀ ਇਸ ਕਰਕੇ ਉਹਨਾਂ ਲਈ ਮਤਲਬ ਨਹੀਂ ਸੋ ਇਸ ਕਰਕੇ ਵੀ ਲਖਮੀ ਦਾਸ ਜਿਹੜਾ ਆ ਵੀ ਉਹ ਸ਼ਹਿਰ ਦਾ ਜਿਹੜਾ ਮਾਲਕ ਬਣਿਆ ਜੀ। ਤੇ ਜਿਹੜੀ ਕਹਿ ਲਓ ਵੀ ਗੁਰੂ ਨਾਨਕ ਪਾਤਸ਼ਾਹ ਦੀ ਜੱਦੀ ਜਦਾਦ ਸੀਗੀ ਜਾਂ ਕਹਿ ਲਓ ਵੀ ਪਿਤਾ ਪੁਰਖੀ ਜਿਹੜੀ ਧਨ ਦੌਲਤ ਆਈ ਸੀ ਤੇ ਪਲੱਸ ਜਿਹੜਾ ਉਹਨਾਂ ਨੇ ਉਹਦੇ ਵਿੱਚ ਆਪ ਵਾਧਾ ਕੀਤਾ ਸੀ ਜੀ, ਉਹ ਸਾਰਾ ਜਿਹੜਾ ਆ ਉਹ ਆਪਣੇ ਜਿਹੜੇ ਕਹਿ ਲਓ ਵੀ ਪੁੱਤ ਨੇ ਉਹਨਾਂ ਨੂੰ ਦੇ ਦਿੱਤਾ। ਤੇ ਜਿਹੜਾ ਰੂਹਾਨੀ ਜਿਹੜੀ ਜਦਾਦ ਆ ਉਹਨਾਂ ਦੀ ਜੀ, ਜਿਹੜੇ ਉਹਨਾਂ ਦੇ ਆਪਣੀਆਂ ਲਿਖਤਾਂ ਨੇ ਜਿਹੜੀਆਂ ਭਗਤਾਂ ਦੀਆਂ ਲਿਖਤਾਂ ਉਹਨਾਂ ਨੇ ਇਕੱਠੀਆਂ ਕੀਤੀਆਂ ਨੇ ਤੇ ਉਹਦੀ ਜਿਹੜੀ ਇੱਕ ਪੋਥੀ ਆ ਉਹ ਉਹਨਾਂ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਦਿੱਤੀ। ਬਿਲਕੁਲ, ਸੋ ਉਹ ਚੀਜ਼ਾਂ ਜਿਹੜੀਆਂ ਆ ਵੀ ਉਹ ਸਾਨੂੰ ਸਾਰੀਆਂ ਦਿਮਾਗ 'ਚ ਰੱਖਣੀਆਂ ਚਾਹੀਦੀਆਂ। ਤੇ ਉਹ ਤੋਂ ਇਲਾਵਾ ਜੇ ਸਰੋਤੇ ਜਿਹੜੇ ਆ ਵੀ ਉਹ ਦਿਮਾਗ ਦੇ ਵਿੱਚ ਇੱਕ ਗੱਲ ਜਿਹੜੀ ਆ ਵੀ ਉਹ ਵਿਚਾਰਨ ਜੀ ਭਈ ਕਿਹੜਾ ਕਾਰਨ ਆ ਭਈ ਜਿਹਦੇ ਕਰਕੇ ਤੁਸੀਂ ਇਹ ਕਹੋਗੇ ਭਈ ਗੁਰਬਾਣੀ ਜਿਹੜੀ ਆ ਬਿਲਕੁਲ ਉਹ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਪਾਤਸ਼ਾਹ ਨੂੰ ਨਹੀਂ ਦਿੱਤੀ ਜੀ। ਜੇ ਕਾਰਨ ਤੁਹਾਡੇ ਦਿਮਾਗ ਦੇ ਵਿੱਚ ਇਹ ਕਲੀਅਰ ਆ ਵੀ ਹਾਂ ਬਈ ਆਹ ਕਾਰਨ ਕਰਕੇ ਵੀ ਗੁਰੂ ਅੰਗਦ ਪਾਤਸ਼ਾਹ ਨੂੰ ਗੁਰਬਾਣੀ ਨਹੀਂ ਦਿੱਤੀ ਜੀ, ਬਿਲਕੁਲ ਫਿਰ ਭਾਈ ਵੀ ਠੀਕ ਆ ਵੀ ਤੁਸੀਂ ਉਹ ਜਿਹੜੀ ਤੁਹਾਡੀ ਮਨੌਤ ਹੈਗੀ ਆ ਵੀ ਉਹਦੇ ਉੱਤੇ ਕਾਇਮ ਰਹੋ ਜੀ, ਉਹ ਤੁਸੀਂ ਉਹਦੇ ਉੱਤੇ ਰਿਸਰਚ ਕਰੋ, ਉਹਦੇ ਹੱਕ ਦੇ ਵਿੱਚ ਜਿਹੜੇ ਤੁਹਾਨੂੰ ਸਬੂਤ ਮਿਲਦੇ ਆ ਜ਼ਰੂਰ ਲੱਭੋ ਜੀ ਵੀ ਸਾਨੂੰ ਉੱਤੇ ਕੋਈ ਓਬਜੈਕਸ਼ਨ ਨਹੀਂ, ਕਿਉਂਕਿ ਤੁਸੀਂ ਆਪਣਾ ਜਿਹੜਾ ਆ ਵੀ ਰਾਹ ਲੀਕ ਲਿਆ ਜਾਂ ਤੁਹਾਡੇ ਦਿਮਾਗ ਦੇ ਵਿੱਚ ਕੋਈ ਕਾਰਨ ਹੈਗਾ ਆ। ਨਹੀਂ ਬਿਲਕੁਲ ਭਾਜੀ, ਇਹ ਸਿਆਣਪ ਤਾਂ ਇਹੀ ਹੁੰਦੀ ਹੈ ਕਿ ਠੀਕ ਹੈ ਹਰ ਬੰਦੇ ਦੇ ਦਿਮਾਗ ਦੇ ਵਿੱਚ ਹਰ ਤਰ੍ਹਾਂ ਦੇ ਖਿਆਲ ਆਉਂਦੇ ਆ, ਉਹ ਖਿਆਲਾਂ ਨੂੰ ਜੇ ਤੁਸੀਂ ਤੱਥਾਂ 'ਤੇ ਆਧਾਰ ਕਰਕੇ ਉਹਦੇ ਤੱਥਾਂ ਉਹਦਾ ਪੜਚੋਲ ਕਰੋ ਫਿਰ ਉਹਨੂੰ ਕਬੂਲ ਲਓ ਕਿ ਨਹੀਂ ਭਾਈ ਜੋ ਮੇਰੇ ਦਿਮਾਗ 'ਚ ਖਿਆਲ ਆਇਆ ਜਾਂ ਜੋ ਮੈਂ ਸੋਚਿਆ ਉਹ ਗਲਤ ਸੀਗਾ, ਉਹ ਜ਼ਿਆਦਾ ਬੈਟਰ ਵੇ ਹੈਗਾ। ਉਹ ਨਾਲੇ ਉਹਦੇ ਵਿੱਚ ਬੰਦਾ ਸਿੱਖਦਾ ਵੀ ਹੈ ਤੇ ਬੰਦਾ ਫਿਰ ਉਹਨੂੰ ਸਮਝਣਾ ਵੀ ਸੌਖਾ ਹੋ ਜਾਂਦਾ ਹੈ, ਉਹਨੂੰ ਸਮਝਾਉਣਾ ਵੀ ਸੌਖਾ ਆ। ਤੇ ਹੁਣ ਉਹੀ ਸਾਰਾ ਕੁਝ ਜਦੋਂ ਤੁਸੀਂ ਅੱਜ ਦੇ ਵਰਤਾਰੇ ਦੇ ਵਿੱਚ ਦੇਖਦੇ ਹਾਂ, ਇਸ ਲਈ ਅਸੀਂ ਇੱਥੋਂ ਬਾਰ-ਬਾਰ ਆਪਣੇ ਰੇਡੀਓ ਰਾਹੀਂ ਇਹੀ ਬੇਨਤੀ ਕਰਦੇ ਕਿ ਕਦੇ ਵੀ ਕਿਸੇ ਦੇ ਮਗਰ ਨਾ ਲੱਗੋ। ਜਿਹੜੇ ਵੀ ਵਿਚਾਰ ਤੁਹਾਨੂੰ ਦਿੱਤੇ ਜਾ ਰਹੇ ਆ ਜਾਂ ਤੁਹਾਡੇ ਦਿਮਾਗ 'ਚ ਆ ਰਹੇ ਉਹਨਾਂ ਨੂੰ ਪੜਚੋਲੋ, ਉਹਨਾਂ ਨੂੰ ਤੱਥਾਂ 'ਤੇ ਲੈ ਕੇ ਜਾਓ, ਦਲੀਲਾਂ ਦੇ ਵਿੱਚ ਲੈ ਕੇ ਜਾਓ। ਜਦੋਂ ਤੁਸੀਂ ਦਲੀਲਾਂ 'ਚ ਲੈ ਕੇ ਜਾਣਾ ਆ ਤੁਹਾਨੂੰ ਆਪੇ ਹੀ ਪਤਾ ਚੱਲ ਜਾਣਾ ਕਿ ਇਹਨਾਂ ਦੀ ਜਿਹੜੀ ਵਿਚਾਰਾਂ ਦੀ ਜਿਹੜੀ ਹਵਾ ਨਿਕਲੀ ਹੈ ਮਿੰਟ 'ਚ ਫੂਕ ਨਿਕਲ ਜਾਣੀ ਹੈ। ਤੇ ਫਿਰ ਜਦੋਂ ਫੂਕ ਨਿਕਲ ਜਾਣੀ ਹੈ ਅਗਲੇ ਨੇ ਫਰਸਟ੍ਰੇਸ਼ਨ ਹੋ ਜਾਣਾ, ਅਗਲੇ ਨੇ ਗਾਲਾਂ ਕੱਢਣ ਲੱਗ ਜਾਣੇ, ਫਿਰ ਤੁਹਾਡੀ ਮੋਹਰ ਲੱਗ ਜਾਣੀ ਕਿ ਭਾਈ ਇਹ ਬਕਵਾਸ ਕਰ ਰਿਹਾ ਸੀਗਾ ਜਦੋਂ ਗਾਲਾਂ ਤੋਂ ਬੰਦਾ ਆ ਗਿਆ। ਬਿਲਕੁਲ, ਬਹੁਤ ਵਧੀਆ ਨੁਕਤਾ ਆ ਇਹ ਜੀ, ਔਰ ਇਹ ਸਾਨੂੰ ਸਾਰਿਆਂ ਨੂੰ ਹੀ ਕਹਿ ਲਓ ਵੀ ਇਹ ਗੁਰੂ ਪਾਤਸ਼ਾਹ ਨੇ ਇਹੀ ਸਿੱਖਿਆ ਦਿੱਤੀ ਆ। ਬਿਲਕੁਲ, ਵੀ ਤੁਹਾਨੂੰ ਗੁਰੂ ਪਾਤਸ਼ਾਹ ਕਹਿੰਦੇ ਵੀ ਮੈਂ ਸਿੱਧਾ ਵਾਹਿਗੁਰੂ ਦੇ ਲੜ ਲਾ ਚੱਲਿਆ। ਸਹੀ ਗੱਲ, ਹੁਣ ਜੋ ਕੁਝ ਵੀ ਹੈਗਾ ਉਹ ਤੁਹਾਡੇ ਤੇ ਵਾਹਿਗੁਰੂ ਦੇ ਵਿੱਚ ਆ। ਬਿਲਕੁਲ, ਸੋ ਜਦੋਂ ਤੁਸੀਂ ਆਪ ਕਿਸੇ ਬੰਦੇ ਨੂੰ ਵਿੱਚ ਲਿਆ ਕੇ ਬਿਠਾ ਲੈਂਦੇ ਆ ਜੀ ਪਈ ਜੀ ਢੱਡਰੀਆਂ ਵਾਲਾ ਆਇਆ ਕਹਿੰਦਾ ਆ ਜਾਂ ਜੀ ਉਹ ਫਲਾਨਾ ਰੇਡੀਓ ਵਾਲਾ ਜਿਹੜਾ ਆ ਵੀ ਗਾਲਾਂ ਕੱਢਣ ਵਾਲਾ ਜਿਹੜਾ ਵੀ ਉਹ ਐਂ ਕਹਿੰਦਾ ਆ ਤੇ ਆ ਫਲਾਨਾ ਐਂ ਕਹਿੰਦਾ ਆ, ਜਾਂ ਈਵਨ ਜੇ ਤੁਸੀਂ ਇਹ ਵੀ ਕਹਿੰਦੇ ਆ ਵੀ ਜੀ ਮੈਂ ਲੋਹਗੜ੍ਹ ਰੇਡੀਓ ਤੇ ਸੁਣਿਆ ਜੀ, ਇਹ ਤੁਹਾਡੀ ਗਲਤੀ ਆ ਜੀ। ਬਿਲਕੁਲ, ਕਿਉਂਕਿ ਜਿੰਨੀ ਦੇਰ ਤੱਕ ਤੁਸੀਂ ਆਪਣੇ ਦਿਲ ਦੇ ਵਿੱਚ ਤੱਥਾਂ ਰਾਹੀਂ ਆਪ ਕਨਵਿੰਸ ਨਹੀਂ ਹੋਏ ਬਿਲਕੁਲ ਤੇ ਸੁਣੀ ਸੁਣਾਈ ਗੱਲ ਜਿਹੜੀ ਗਾਹ ਕਰ ਦੇਣੀ ਉਹ ਤੇ ਸਿਰਫ ਉਹੀ ਆਧਾਰ ਦਾ ਗਿਆਨ ਆ ਜੀ। ਵੀ ਜਿਹੜਾ ਤੁਸੀਂ ਵੀ ਜੇ ਤੁਹਾਨੂੰ ਕਿਸੇ ਨੇ ਉਲਟਾ ਕੋਈ ਸਵਾਲ ਪੁੱਛ ਲਿਆ ਤੇ ਤੁਸੀਂ ਉੱਥੇ ਹੀ ਤੁਹਾਡਾ ਜਿਹੜਾ ਬਣਾਇਆ ਰੇਤ ਦਾ ਮਹਿਲ ਆ ਬਿਲਕੁਲ ਉਹ ਢਹਿ ਨਹੀਂ ਹੋ ਜਾਣਾ। ਬਿਲਕੁਲ, ਸੋ ਇਸ ਕਰਕੇ ਵੀ ਉਹ ਰਾਹ ਦੇ ਉੱਤੇ ਚੱਲਣਾ ਜਿਹੜਾ ਆ ਵੀ ਉਹ ਅਸੀਂ ਕਦੀ ਵੀ ਨਾ ਐਡਵੋਕੇਟ ਕਰਾਂਗੇ ਤੇ ਨਾ ਉਹ ਕਿਸੇ ਨੂੰ ਉਸ ਬਾਰੇ ਸਲਾਹ ਦੇਵਾਂਗੇ। ਬਿਲਕੁਲ ਨਹੀਂ, ਬਿਲਕੁਲ ਠੀਕ ਗੱਲ ਹੈ ਭਾਜੀ। ਮੁੜ ਕੇ ਗੱਲ ਉੱਥੇ ਹੀ ਆਉਂਦੀ ਕਿ ਜਿਹੜੀ ਵੀ ਗੱਲ ਤੁਹਾਨੂੰ ਚੰਗੀ ਲੱਗਦੀ ਆ ਉਹ ਚਾਹੇ ਕਿਸੇ ਵੀ ਦੁਆਰਾ ਕਹੀ ਜਾਂਦੀ ਆ ਉਹਨੂੰ ਤੁਸੀਂ ਵਿਚਾਰੋ, ਉਹਨੂੰ ਪੜਚੋਲੋ ਜ਼ਰੂਰ।
ਗੁਰਬਾਣੀ ਦੇ ਗਰਾਊਂਡ ਦੇ ਉੱਤੇ ਉਹਨੂੰ ਪੜਚੋਲੋ, ਉਹਨੂੰ ਵਿਚਾਰੋ, ਉਹਨੂੰ ਦਲੀਲਾਂ ਦੇ ਵਿੱਚ ਲੈ ਕੇ ਜਾਓ। ਜੇ ਤੁਹਾਨੂੰ ਵਧੀਆ ਲੱਗਦੀ ਤੁਸੀਂ ਅਡਾਪਟ ਕਰ ਲਓ, ਫਿਰ ਉਹਦੇ ਕੌਨਸੀਕੁਐਂਸ ਭੁਗਤਣ ਨੂੰ ਵੀ ਤਿਆਰ ਹੋ। ਠੀਕ ਹੈ ਜੀ। ਤੇ ਉਹ ਸਾਰੀ ਚੀਜ਼ਾਂ ਆਪਣੇ ਤੁਹਾਨੂੰ ਦਿਮਾਗ 'ਚ ਰੱਖਣੀਆਂ ਚਾਹੀਦੀਆਂ ਹੈ। ਤੇ ਫਿਰ ਅੱਗੇ ਇਸੇ ਚੈਪਟਰ ਦੇ ਵਿੱਚ ਅਗਲੇ ਸਿਰਲੇਖ ਹੈ ਗੁਰੂ ਅੰਗਦ ਦੇਵ ਤੇ ਗੁਰੂ ਨਾਨਕ ਦੇਵ ਦੀ ਬਾਣੀ। ਵੇਲੇ ਉਸ ਸਿਰਲੇਖ ਹੇਠ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਦੀ ਬਾਣੀ ਦਾ ਟਾਕਰਾ ਗੁਰੂ ਨਾਨਕ ਸਾਹਿਬ ਦੀ ਬਾਣੀ ਨਾਲ ਕਰਨਾ ਹੈ। ਗੁਰੂ ਅੰਗਦ ਸਾਹਿਬ ਦੀ ਬਾਣੀ ਬਹੁਤ ਥੋੜੀ ਹੈ, ਸਿਰਫ 63 ਸ਼ਲੋਕ। ਇਸ ਵਾਸਤੇ ਇਹਨਾਂ ਦੀ ਬਾਣੀ ਵਿੱਚੋਂ ਸਾਂਝ ਦੀਆਂ ਵੰਨਗੀਆਂ ਬਹੁਤ ਥੋੜੀਆਂ ਪੇਸ਼ ਕੀਤੀਆਂ ਜਾਣਗੀਆਂ, ਪਰ ਇਹ ਥੋੜੀਆਂ ਵੰਨਗੀਆਂ ਸਾਫ਼ ਇਹ ਦੱਸਦੀਆਂ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸੀ। ਇਹ ਪ੍ਰਮਾਣ ਦੇਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਬਾਰੇ ਇਸ ਸੰਬੰਧ ਵਿੱਚ ਇੱਕ ਦੋ ਹੋਰ ਗੱਲਾਂ ਵੀ ਵਿਚਾਰਨ ਯੋਗ ਹਨ। ਪਹਿਲੀ ਗੱਲ, ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸ਼ਬਦ ਨੂੰ ਗੁਰੂ ਮੰਨਿਆ ਹੈ ਤੇ ਮਨੁੱਖ ਦੀ ਸੁਰਤ ਨੂੰ ਸਿੱਖ ਆਖਿਆ ਹੈ, ਤਿਵੇਂ ਗੁਰੂ ਅੰਗਦ ਸਾਹਿਬ ਜੀ ਵੀ ਜੀਵਨ ਪੰਧ ਵਿੱਚ ਸ਼ਬਦ ਨੂੰ ਹੀ ਸਾਰੀ ਮਹੱਤਤਾ ਦਿੰਦੇ ਹਨ। ਸਭ ਅੱਗੇ ਹੈਗਾ ਆ ਊੜੇ ਦੇ ਵਿੱਚ ਨੰਬਰ ਪਹਿਲਾ, ਮਨੁੱਖ ਦੀ ਹਉਮੈ ਦਾ ਇਲਾਜ ਸਿਰਫ ਗੁਰੂ ਸ਼ਬਦ ਦੀ ਕਮਾਈ ਹੀ ਦੱਸੀ ਗਈ ਹੈ। ਤੇ ਗੁਰਬਾਣੀ ਦੀ ਰੈਫਰੈਂਸ ਦਿੱਤੀ ਗਈ ਹੈ, ਹਉਮੈ ਦਿਰਘ ਰੋਗ ਹੈ ਦਾਰੂ ਵੀ ਇਸ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਮਹੱਲਾ ਦੂਜਾ, ਆਸਾਂ ਦੀ ਵਾਰ। ਠੀਕ ਹੈ ਜੀ। ਤੇ ਸੈਕਿੰਡ ਦਿੱਤਾ ਗਿਆ ਹੈ, ਜੀਵਨ ਦਾ ਸਹੀ ਰਸਤਾ ਦੱਸਣ ਲੱਗੇ ਗੁਰੂ ਅੰਗਦ ਸਾਹਿਬ ਹਿਦਾਇਤ ਕਰਦੇ ਹਨ ਕਿ ਮਨੁੱਖ ਅੰਮ੍ਰਿਤ ਵੇਲੇ ਉੱਠ ਕੇ ਸਤ ਸੰਗਤ ਵਿੱਚ ਜਾਏ ਤੇ ਪਰਮਾਤਮਾ ਦੀ ਸਿਫਤ ਸਲਾਹ ਕਰੇ ਸੁਣੇ, ਅਤੇ ਦਿਨ ਦੇ ਬਾਕੀ ਸਮੇਂ ਵਿੱਚ ਵੀ ਉਹਨਾਂ ਬੰਦਿਆਂ ਨਾਲ ਮੇਲ ਰੱਖੇ ਜੋ ਗੁਰੂ ਸ਼ਬਦ ਦੇ ਪ੍ਰੇਮੀ ਹੋਣ। ਫਿਰ ਬਾਣੀ ਦੀ ਰੈਫਰੈਂਸ ਹੈ ਜੀ, ਚੌਥਾ ਪਹਿਰ ਸਬਾਹ ਕਹਿ ਸੁਰਤਿਆਂ ਉਪਜੈ ਚਾਓ, ਤਿੰਨਾਂ ਦਰਿਆਵਾਂ ਸਿਉ ਦੋਸਤੀ ਮਨਮੁਖ ਸੱਚਾ ਨਾਉ, ਸੱਤੀ ਪਹਿਰੀ ਸਤ ਭਲਾ ਬਈਆ ਪੜਿਆ ਪਾਸ, ਉੱਥੈ ਪਾਪ ਪੁੰਨ ਵਿਚਾਰੀਐ ਕੂੜਾ ਘਟੈ ਰਾਸ। ਮਾਜ ਕੀ ਵਾਰ। ਠੀਕ ਹੈ ਜੀ। ਫਿਰ ਤੀਜਾ ਉਦਾਹਰਨ ਦਿੰਦੇ ਹਨ, ਪਰਮਾਤਮਾ ਵਾਲੇ ਪਾਸੇ ਦੀ ਲਗਨ ਪੈਦਾ ਕਰਨ ਲਈ ਗੁਰ ਸ਼ਬਦ ਦੀ ਵਿਚਾਰ ਹੀ ਇੱਕੋ ਇੱਕ ਤਰੀਕਾ ਤਜਵੀਜ਼ ਕਰਦੇ ਹਨ। ਤੇ ਫਿਰ ਚੌਥਾ ਉਦਾਹਰਨ ਦਿੰਦੇ ਹਨ, ਗੁਰੂ ਦੀ ਬਾਣੀ ਨੂੰ ਹਜ਼ੂਰ ਰਤਨਾ ਦੀ ਗੁਥਲੀ ਆਖਦੇ ਹਨ। ਤੇ ਫਿਰ ਉਹ ਨਾਲ ਬਾਣੀ ਦੀ ਰੈਫਰੈਂਸ ਵੀ ਦੇਈ ਜਾਂਦੇ ਹਨ। ਤੇ ਫਿਰ ਅੱਗੇ ਉਹ ਲਿਖਦੇ ਹਨ ਕਿ ਇਹ ਨਹੀਂ ਮੰਨਿਆ ਜਾ ਸਕਦਾ ਕਿ ਗੁਰੂ ਅੰਗਦ ਸਾਹਿਬ ਗੁਰਬਾਣੀ ਦੀ ਵਡਿਆਈ ਤਾਂ ਕਰੀ ਜਾਂਦੇ ਹੋਣ, ਪਰ ਉਹਨਾਂ ਪਾਸ ਆਪਣੇ ਸਤਿਗੁਰ ਪਾਤਸ਼ਾਹ ਦੀ ਬਾਣੀ ਹੋਵੇ ਹੀ ਨਾ। ਭਾਈ ਬਾਲੇ ਦੀ ਜਨਮ ਸਾਖੀ ਵਾਲਾ ਲਿਖਦਾ ਹੈ ਕਿ ਗੁਰੂ ਅੰਗਦ ਸਾਹਿਬ ਨੇ ਸਤਿਗੁਰੂ ਨਾਨਕ ਦੇਵ ਜੀ ਦਾ ਜੀਵਨ ਇਤਿਹਾਸ ਸੁਣਨ ਲਈ ਭਾਈ ਬਾਲੇ ਨੂੰ ਤਲਵੰਡੀ ਤੋਂ ਸਦਵਾਇਆ ਤੇ ਬੜੀ ਮਿਹਨਤ ਨਾਲ ਉਸ ਤੋਂ ਲਿਖਵਾਇਆ। ਗੁਰ ਸ਼ਬਦ ਦੀ ਕਦਰ ਜਾਣਨ ਵਾਲੇ ਗੁਰੂ ਅੰਗਦ ਸਾਹਿਬ ਬਾਰੇ ਇਹ ਖਿਆਲ ਨਹੀਂ ਬਣਾਇਆ ਜਾ ਸਕਦਾ ਕਿ ਜੀਵਨ ਸਾਖੀਆਂ ਇਕੱਠੀਆਂ ਕਰਨ ਲਈ ਉਹ ਭਾਈ ਪੈੜੇ ਆਦਿਕ ਦੀ ਰਾਹੀਂ ਇਤਨੀ ਕੋਸ਼ਿਸ਼ ਕਰਨ, ਪਰ ਗੁਰੂ ਨਾਨਕ ਦੇਵ ਜੀ ਆਪਣੇ ਸੋਹਣੇ ਮੁਖੜੇ ਤੋਂ ਉਚਾਰੀ ਹੋਈ ਸਾਰੀ ਬਾਣੀ ਜੋ ਇਹਨਾਂ ਪਾਸ ਮੌਜੂਦ ਨਹੀਂ ਸੀ ਤਾਂ ਉਸ ਨੂੰ ਇਕੱਠਾ ਕਰਨ ਦਾ ਚੇਤਾ ਹੀ ਨਾ ਆਇਆ ਹੋਵੇ। ਬਿਲਕੁਲ, ਮਤਲਬ ਵੀ ਉਹ ਜਿਹੜੀ ਕਹਿ ਲਓ ਵੀ ਸਿੱਖੀ ਦੇ ਦੁਖੀਆਂ ਵੱਲੋਂ ਜਾਂ ਗੈਰ ਸਿੱਖਾਂ ਵੱਲੋਂ ਵੀ ਜਿਹੜੀਆਂ ਮਨੌਤਾਂ ਬਣਾਈਆਂ ਗਈਆਂ, ਵੀ ਜਿੱਦਾਂ ਬਾਲੇ ਵਾਲੀ ਜਨਮ ਸਾਖੀ ਨਾਲ ਜਿਹੜੀ ਕਹਾਣੀ ਜੋੜੀ ਗਈ ਆ ਵੀ ਪੈੜਾ ਮੌਖਾ ਆਇਆ ਤੇ ਉਹਨੇ ਫਿਰ ਭਾਈ ਬਾਲੇ ਵਾਲੀ ਜਿਹੜੀ ਆ ਵੀ ਉਹ ਸਾਰੀ ਜਿਹੜੀ ਸਾਖੀ ਆ ਵੀ ਉਹ ਮੂੰਹੋਂ ਬੋਲੀ ਤੇ ਉਹ ਸਾਰੀ ਜਿਹੜੀ ਵੀ ਉਹ ਲਿਖੀ ਗਈ ਤੇ ਫਿਰ ਉਹ ਇੱਦਾਂ ਜਿਹੜਾ ਵੀ ਉਹ ਵੀ ਦੂਜੇ ਪਾਤਸ਼ਾਹ ਨੇ ਇਹ ਸਾਰਾ ਜਿਹੜਾ ਕਰਵਾਇਆ ਜੀ। ਬਿਲਕੁਲ। ਤੇ ਉਹ ਉਸੇ ਹੀ ਚੀਜ਼ ਨੂੰ ਵਰਤ ਕੇ ਤੇ ਪ੍ਰੋਫੈਸਰ ਸਾਹਿਬ ਸਿੰਘ ਹੁਣੀ ਕਹਿੰਦੇ ਆ ਭਈ ਜੇ ਤੁਸੀਂ ਇੱਕ ਪਾਸੇ ਕਹਿੰਦੇ ਆ ਵੀ ਗੁਰੂ ਪਾਤਸ਼ਾਹ ਨੇ ਭਈ ਜਿਹੜੀਆਂ ਸਾਖੀਆਂ ਆ ਵੀ ਉਹ ਇੰਨੀ ਮਿਹਨਤ ਕਰਕੇ ਲਿਖਵਾਈਆਂ, ਬਿਲਕੁਲ, ਤੇ ਜੇ ਤੁਸੀਂ ਕਹਿੰਦੇ ਦੂਜੇ ਪਾਸੇ ਵੀ ਉਹਨਾਂ ਕੋਲੇ ਬਾਣੀ ਹੈ ਨਹੀਂ ਸੀ ਜੀ, ਫਿਰ ਤੁਸੀਂ ਇਹ ਕਿੱਦਾਂ ਕਹਿ ਸਕਦੇ ਵੀ ਬਾਣੀ ਉਹਨਾਂ ਨੇ ਲਿਖਾਈ ਨਹੀਂ, ਉਹਦੇ ਬਾਰੇ ਕੋਈ ਕੋਸ਼ਿਸ਼ ਨਹੀਂ ਕੀਤੀ। ਸਾਖੀਆਂ ਲਿਖਵਾ ਵੀ ਭਾਈ ਵੀ ਉਹ ਫਲਾਣੇ ਨੂੰ ਸੱਦਿਆ ਵੀ ਉਹਦੇ ਕੋਲੇ ਪਤਾ ਲੱਗਿਆ ਵੀ ਇੱਦਾਂ ਵੀ ਆਸਾ ਦੀ ਵਾਰ ਦੀ ਉਹਦੇ ਕੋਲੇ ਕਾਪੀ ਹੈਗੀ ਆ, ਜਾਂ ਫਲਾਣੇ ਕੋਲੋਂ ਪਤਾ ਲੱਗਿਆ ਵੀ ਗੁਰੂ ਨਾਨਕ ਪਾਤਸ਼ਾਹ ਦੇ ਲਿਖੇ 12 ਮਾਹ ਤਖਾਰੀ ਦੀ ਜਿਹੜੀ ਕਾਪੀ ਆ ਵੀ ਉਹ ਉਹਨਾਂ ਕੋਲੇ ਹੈਗੀ ਆ ਜੀ। ਤੇ ਉਹ ਨਹੀਂ ਉਹਨਾਂ ਨੇ ਇਕੱਠੀ ਕੀਤੀ, ਜਾਂ ਉਹ ਨਹੀਂ ਕਿਹਾ ਵੀ ਆ ਕੇ ਤੇ ਇੱਥੇ ਇੱਕ ਕਾਪੀ ਬਣਾ ਕੇ ਤੇ ਛੱਡ ਕੇ ਜਾਓ। ਪਰ ਜਿਹੜੀ ਦੂਸਰੀਆਂ ਸਾਖੀਆਂ ਆ ਤੇ ਉਹਦੇ ਲਈ ਉਹਨਾਂ ਨੇ ਪੈੜੇ ਮੁੱਖੇ ਨੂੰ ਸੱਦਿਆ ਤੇ ਉਹ ਤੋਂ ਫਿਰ ਇੱਦਾਂ ਕਰਾ ਕੇ ਤੇ ਵੀ ਉਹ ਸਾਰਾ ਲਿਖਾਇਆ ਜੀ। ਬਿਲਕੁਲ। ਯਾਨੀ ਕਿ ਭਈ ਦੁਸ਼ਮਣ ਦੀਆਂ ਜਿਹੜੀਆਂ ਕਹਾਣੀਆਂ ਆ ਵੀ ਉਹਨਾਂ ਦੇ ਵਿੱਚੋਂ ਹੀ ਉਹਨਾਂ ਨੇ ਦਲੀਲ ਜਿਹੜੀ ਆ ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਕੱਢ ਕੇ ਤੇ ਜਿਹੜੇ ਕਹਿ ਲਓ ਵੀ ਕੁਛ ਜਿਹੜੀਆਂ ਉਹਨਾਂ ਦੀਆਂ ਮਨੌਤਾਂ ਨੇ ਗੈਰ ਸਿੱਖ ਲਿਖਾਰੀਆਂ ਦੀਆਂ ਵੀ ਉਹਨਾਂ ਦੇ ਵਿੱਚ ਹਵਾ ਜਿਹੜੀ ਆ ਵੀ ਉਹ ਕੱਢ ਦਿੱਤੀ ਹੈ ਜੀ। ਬਿਲਕੁਲ, ਬਹੁਤ ਵਧੀਆ ਜੀ। ਤੇ ਅੱਗੇ
ਲਿਖਦੇ ਹਨ ਕਿ ਸਾਖੀਆਂ ਵਿੱਚ ਜ਼ਿਕਰ ਆਉਂਦਾ ਹੈ ਕਿ ਰਾਵੀ ਦੇ ਕੰਢੇ ਪਿੰਡ ਕਰਤਾਰਪੁਰ ਵਿੱਚ ਗੁਰੂ ਨਾਨਕ ਦੇਵ ਜੀ ਨੇ ਇੱਕ ਧਰਮਸਾਲ ਵੀ ਬਣਾਈ ਹੋਈ ਸੀ। ਸਤਿਗੁਰੂ ਜੀ ਉਸ ਪਿੰਡ ਵਿੱਚ ਅਖੀਰਲੀ ਉਮਰੇ 18 ਸਾਲ ਰਹੇ ਸਨ। ਧਰਮਸਾਲਾਂ ਗੁਰਦੁਆਰਿਆਂ ਵਿੱਚ ਅਸੀਂ ਦੋਵੇਂ ਵੇਲੇ ਸਤਸੰਗ ਹੁੰਦੇ ਵੇਖ ਰਹੇ ਹਾਂ। ਇਹ ਰੀਤ ਇਸ ਧਰਮ ਦੀ ਨੀਂਹ ਰੱਖਣ ਵਾਲੇ ਸਤਿਗੁਰੂ ਜੀ ਨੇ ਹੀ ਚਲਾਈ ਤੇ ਕਰਤਾਰਪੁਰ ਦੀ ਧਰਮਸ਼ਾਲਾ ਵਿੱਚ ਵੀ ਦੋਵੇਂ ਵੇਲੇ ਹੀ ਸਤਸੰਗਤ ਜੁੜਦੀ ਸੀ। ਬਾਬਾ ਲਹਿਣਾ ਜੀ ਵੀ 7 ਸਾਲ ਉਸ ਸਤਸੰਗ ਦੇ ਸਾਂਝੀਵਾਲ ਬਣਦੇ ਰਹੇ। ਪਰ ਕੀ ਇਹ ਸਤਸੰਗ 18 ਸਾਲ ਜ਼ਬਾਨੀ ਹੀ ਹੁੰਦਾ ਰਿਹਾ? ਕੁਐਸਚਨ ਮਾਰਕ। ਜਿਸ ਗੁਰੂ ਅੰਗਦ ਸਾਹਿਬ ਦੇ ਹਿਰਦੇ ਵਿੱਚ ਗੁਰੂ ਨਾਨਕ ਦੇਵ ਜੀ ਵਾਸਤੇ ਇਤਨਾ ਪਿਆਰ ਤੇ ਭਰੋਸਾ ਸੀ, ਇਹ ਨਹੀਂ ਹੋ ਸਕਦਾ ਸੀ ਕਿ ਇਹਨਾਂ 7 ਸਾਲਾਂ ਵਿੱਚ ਉਹਨਾਂ ਆਪਣੇ ਪ੍ਰੀਤਮ ਦੀ ਸਾਰੀ ਬਾਣੀ ਦਾ ਦੀਦਾਰ ਕਰਨ ਦੀ ਤਾਂਘ ਹੀ ਕਦੇ ਪ੍ਰਗਟ ਨਾ ਕੀਤੀ ਹੋਵੇ। ਬਿਲਕੁਲ ਜੀ। ਹਾਂਜੀ। ਵੀ ਇੱਕ ਤੇ ਇਹ ਹੁਣ ਨੁਕਤਾ ਜਿਹੜਾ ਵੀ 7 ਸਾਲ ਤੱਕ ਗੁਰੂ ਅੰਗਦ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਬਿਤਾਏ ਨੇ। ਬਿਲਕੁਲ। ਤੇ ਉਸ ਸਮੇਂ ਦੌਰਾਨ ਵੀ ਕੀ ਗੁਰੂ ਅੰਗਦ ਪਾਤਸ਼ਾਹ ਨੇ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹੀ ਨਹੀਂ? ਬਿਲਕੁਲ। ਸੋ ਉਹ ਸਾਰੇ ਜਿਹੜੇ ਸਵਾਲ ਨੇ। ਫਿਰ ਸਿਰਫ ਇਹ ਵੀ ਗੱਲ ਦੂਜੀ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਆਪ ਭਗਤਾਂ ਦੀ ਬਾਣੀ ਦੇ ਰਿਸਪੌਂਸ ਦੇ ਵਿੱਚ, ਜਵਾਬ ਦੇ ਵਿੱਚ ਕੋਈ ਗੱਲ ਜਿਹੜੀ ਉਹ ਲਿਖ ਰਹੇ ਨੇ, ਤੇ ਜਦੋਂ ਕੋਈ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਪੜ੍ਹ ਰਿਹਾ ਤੇ ਫਿਰ ਓਬਵੀਅਸ ਆ ਵੀ ਉਹਨੂੰ ਇਹ ਵੀ ਪੜ੍ਹਨਾ ਪੈਣਾ ਵੀ ਅੱਛਾ ਵੀ ਫਲਾਣੇ ਭਗਤਾਂ ਦੇ ਜਵਾਬ ਦੇ ਵਿੱਚ ਉਹਨਾਂ ਨੇ ਲਿਖੀ ਆ, ਉਹ ਭਗਤਾਂ ਨੇ ਕੀ ਲਿਖਿਆ ਇਹਦੇ ਬਾਰੇ। ਬਿਲਕੁਲ। ਸੋ ਉਹ ਸਾਰਾ ਕੁਝ ਜਿਹੜਾ ਆ ਉਹ ਇੱਕ ਕਲੀਅਰ ਪਿਕਚਰ ਕ੍ਰੀਏਟ ਕਰਦਾ। ਖਾਸ ਤੌਰ ਤੇ ਉਹ ਕਹਿੰਦੇ ਵੀ ਜਦੋਂ 18 ਸਾਲ ਦਾ ਸਮਾਂ ਆ ਜਿਹਦੇ ਦੌਰਾਨ ਸਵੇਰ ਸ਼ਾਮ ਸਤਸੰਗ ਹੋ ਰਹੇ ਨੇ, ਵੀ ਗੁਰੂ ਨਾਨਕ ਪਾਤਸ਼ਾਹ ਪ੍ਰਵਚਨ ਕਰਦੇ ਪਏ ਨੇ ਬਈ ਉੱਦਾਂ ਖੇਤਾਂ ਦੇ ਵਿੱਚ ਕੰਮ ਕਰਦੇ ਪਏ ਆ, ਪਰ ਸਵੇਰੇ ਤੇ ਸ਼ਾਮ ਨੂੰ ਫਿਰ ਜਿਹੜੀ ਸੰਗਤ ਜੁੜਦੀ ਆ ਉਹਨਾਂ ਦੇ ਨਾਲ ਫਿਰ ਵੀ ਜਿਹੜੇ ਆ ਵੀ ਵਿਚਾਰਾਂ ਦੀ ਸਾਂਝ ਪਾਈ ਜਾਂਦੀ, ਜਿਹੜੇ ਇੰਟੈਲੈਕਚੁਅਲ ਡਿਸਕਸ਼ਨ ਨੇ ਤੇ ਜਿਹੜੇ ਪ੍ਰਵਚਨ ਨੇ ਵੀ ਉਹ ਸਾਰਾ ਜਿਹੜਾ ਵੀ ਉਹ ਹੋ ਰਿਹਾ ਤੇ ਉਹਦੇ ਦੌਰਾਨ ਵੀ ਗੁਰੂ ਅੰਗਦ ਪਾਤਸ਼ਾਹ ਕੋਲ ਫਿਰ ਵੀ ਬਾਣੀ ਕੋਈ ਨਹੀਂ। ਬਿਲਕੁਲ। ਇਹ ਕਿੰਨੀ ਕੁ ਗੱਲ ਵੀ ਤਰਕ ਸੰਗਤ ਗੱਲ ਜਿਹੜੀ ਆ ਵੀ ਤੁਹਾਨੂੰ ਲੱਗਦੀ। ਬਿਲਕੁਲ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਵੀ ਉਹ ਇਹਨਾਂ ਕਹਾਣੀਆਂ ਦੀ ਹਵਾ ਬੜੇ ਸੋਹਣੇ ਤਰੀਕੇ ਦੇ ਨਾਲ ਸੋਹਣੇ ਸ਼ਬਦਾਂ ਦੇ ਵਿੱਚ ਕੱਢ ਦਿੱਤੀ। ਠੀਕ ਹੈ। ਉਹ ਲਿਖਦੇ ਹਨ ਗੁਰੂ ਅੰਗਦ ਸਾਹਿਬ ਸਨ 1539 ਤੋਂ 1552 ਤੱਕ 13 ਸਾਲ ਗੁਰਿਆਈ ਦੀ ਜ਼ਿੰਮੇਵਾਰੀ ਨਿਭਾਉਂਦੇ ਰਹੇ। ਇਹਨਾਂ ਦੀ ਆਪਣੀ ਲਿਖੀ ਹੋਈ ਬਾਣੀ ਸਿਰਫ 63 ਸ਼ਲੋਕ ਹਨ। ਕੀ ਗੁਰੂ ਅੰਗਦ ਸਾਹਿਬ 13 ਸਾਲ ਇਹਨਾਂ 63 ਸ਼ਲੋਕਾਂ ਦੀ ਰਾਹੀਂ ਹੀ ਦੋਵੇਂ ਵੇਲੇ ਦਾ ਸਤਸੰਗ ਕਰਦੇ ਰਹੇ ਸਨ? ਇਹ ਨਹੀਂ ਹੋ ਸਕਦਾ। ਇੱਕ ਤਾਂ ਇਹ ਬਾਣੀ ਇਤਨੀ ਥੋੜੀ ਹੈ ਕਿ ਸਾਰੀ ਦਾ ਪਾਠ ਅੱਧੇ ਘੰਟੇ ਦੇ ਅੰਦਰ ਹੀ ਹੋ ਸਕਦਾ ਹੈ। ਦੂਜੇ, ਇਹਨਾਂ ਸ਼ਲੋਕਾਂ ਵਿੱਚ ਇਨਸਾਨੀ ਜੀਵਨ ਦੇ ਸਾਰੇ ਪਹਿਲੂਆਂ ਉੱਤੇ ਵਿਚਾਰ ਨਹੀਂ ਹੈ। ਹੱਕ ਦੀ ਕਮਾਈ, ਜਨੇਊ, ਸੂਤਕ, ਮ੍ਰਿਤਕ ਸੰਸਕਾਰ ਆਦਿਕ, ਕਰਮ ਕਾਂਡ, ਇਸਲਾਮੀ ਸ਼ਰਅ, ਜੋਗ ਮਤ ਦੇ ਮੁੰਦਰਾਂ, ਝੋਲੀ ਆਦਿਕ ਅਤੇ ਜ਼ਿੰਦਗੀ ਵਿੱਚ ਹਰ ਰੋਜ਼ ਵਾਪਰਨ ਵਾਲੀਆਂ ਹੋਰ ਕਈ ਗੁੰਝਲਾਂ, ਇਹਨਾਂ ਬਾਰੇ ਗੁਰੂ ਅੰਗਦ ਸਾਹਿਬ ਦੀ ਆਪਣੀ ਬਾਣੀ ਵਿੱਚ ਕੋਈ ਜ਼ਿਕਰ ਨਹੀਂ ਹੈ। ਸਿੱਖ ਧਰਮ ਅਜੇ ਨਵਾਂ ਕੋਮਲ ਬੂਟਾ ਸੀ। ਇਸ ਦੀ ਛਾਵੇਂ ਬੈਠਣ ਵਾਲੇ ਰਾਹੀਆਂ ਨੂੰ ਇਹ ਔਂਕੜਾਂ ਜ਼ਰੂਰ ਆਉਂਦੀਆਂ ਸਨ। ਸਿੱਧੀ ਸਾਫ਼ ਗੱਲ ਹੈ ਕਿ ਗੁਰੂ ਅੰਗਦ ਸਾਹਿਬ ਸਿੱਖਾਂ ਦੀਆਂ ਇਹ ਔਂਕੜਾਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਰਾਹੀਂ ਹੱਲ ਕਰਦੇ ਸਨ। ਉਹਨਾਂ ਪਾਸ ਸਾਰੀ ਬਾਣੀ ਮੌਜੂਦ ਸੀ। ਬਿਲਕੁਲ। ਕਿਉਂਕਿ ਨਾਲ ਪਹਿਲੀ ਗੱਲ ਤਾਂ ਇਹ ਵੀ ਸਿਰਫ ਸ਼ਲੋਕ ਲਿਖੇ ਨੇ ਉਹਨਾਂ ਨੇ ਜੀ। ਦੂਜੀ ਗੱਲ ਇਹ ਵੀ ਉਹ ਸ਼ਲੋਕ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਸੰਪੂਰਨ ਸੋਚ ਜਾਂ ਕਹਿ ਲਓ ਵੀ ਥਿਊਰੀ ਜਾਂ ਥੀਸਿਸ ਨਹੀਂਗੇ ਜੀ। ਕਿਉਂਕਿ ਜਿੱਥੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੂਜੇ ਪਾਤਸ਼ਾਹ ਦੇ ਸ਼ਲੋਕ ਆਉਂਦੇ ਨੇ ਜੀ, ਉਹ ਕਿਸੇ ਹੋਰ ਗੁਰੂ ਨਾਨਕ ਪਾਤਸ਼ਾਹ ਦੀ ਬਾਣੀ ਦੇ ਸੰਦਰਭ ਦੇ ਵਿੱਚ ਫਿਰ ਵੀ ਥੱਲੇ ਸ਼ਲੋਕ ਜਿਹੜਾ ਉਹ ਆਉਂਦਾ ਉਹ ਜਾਂ ਕਹਿ ਲਓ ਵੀ ਉਹ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਕੋਈ ਦਿੱਤੀ ਹੋਈ ਵਿਚਾਰ ਆ ਜੀ, ਉਹਨੂੰ ਉਹ ਵਧੇਰੇ ਖੋਲ ਕੇ ਪੇਸ਼ ਕਰਦਾ ਸ਼ਲੋਕ ਉਹ, ਤੇ ਜਾਂ ਉਹਦੇ ਬਾਰੇ ਜੇ ਉਹਨਾਂ ਨੂੰ ਲੱਗਦਾ ਵੀ ਗੁਰੂ ਪਾਤਸ਼ਾਹ ਨੂੰ ਜਿਵੇਂ ਲੱਗਿਆ ਕਿ ਸਿੱਖ ਜਿਹੜੇ ਆ ਵੀ ਕੁਛ ਉਹਨੂੰ ਮਿਸਅੰਡਰਸਟੈਂਡ ਕਰ ਰਹੇ ਆ, ਵੀ ਸਮਝਣੇ ਦੇ ਵਿੱਚ ਟਪਲਾ ਖਾ ਰਹੇ ਆ, ਤੇ ਫਿਰ ਉਹ ਜੇ ਇਸ ਪੁਆਇੰਟ ਤੇ ਟਪਲਾ ਲੱਗ ਰਿਹਾ ਫਿਰ ਉਹਨੂੰ ਉਹ ਚੰਗੀ ਤਰ੍ਹਾਂ ਖੋਲ ਕੇ ਜਿਹੜਾ ਆ ਵੀ ਉਹ ਇਸ ਹਿਸਾਬ ਨਾਲ ਸ਼ਲੋਕ ਦੇ ਵਿੱਚ ਪੇਸ਼ ਕਰ ਦਿੰਦੇ ਵੀ ਤਾਂ ਵੀ ਜਿਹੜਾ ਟਪਲਾ ਖਾਣ ਦਾ ਚਾਂਸ ਆ ਤੇ ਉਹ ਜ਼ੀਰੋ ਹੋ ਜਾਵੇ। ਸੋ ਉਸ ਹਿਸਾਬ ਦੇ ਨਾਲ ਵੀ ਉੱਥੋਂ ਹੀ ਕਲੀਅਰ ਹੋ ਜਾਂਦਾ ਵੀ ਇਹ ਸਾਰੀ ਜਿਹੜੀ ਆ ਵੀ ਬਾਣੀ ਜੇ ਗੁਰੂ ਪਾਤਸ਼ਾਹ ਦੀ ਨਾ ਹੁੰਦੀ ਜਾਂ ਭਗਤਾਂ ਦੀ ਬਾਣੀ ਨਾ ਹੁੰਦੀ ਕੋਲੇ ਜੀ, ਤੇ ਫਿਰ ਵੀ ਉਹ ਜਿਹੜੇ 63 ਸ਼ਲੋਕ ਆ ਵੀ ਉਹ ਇਸ ਹਿਸਾਬ ਦੇ ਨਾਲ ਲਿਖੇ ਨਹੀਂ ਜਾ ਸਕਦੇ। ਸਹੀ ਗੱਲ ਹੈ। ਤੇ ਇਹੋ ਜਿਹੇ ਵਿਚਾਰ ਯੋਗ ਮਾਮਲਿਆਂ ਵਿੱਚ ਬਾਣੀ ਦੀ ਅੰਦਰਲੀ ਗਵਾਹੀ ਬੜੀ ਸਹਾਇਤਾ ਕਰ ਸਕਦੀ ਹੈ ਤੇ ਹੁੰਦੀ ਵੀ ਹੈ ਸੁਆਦਲੀ। ਹਰੇਕ ਪੜ੍ਹਿਆ ਲਿਖਿਆ ਬੰਦਾ ਜਾਣਦਾ ਹੈ ਕਿ ਕਿਸੇ ਕਵੀ ਜਾਂ ਲਿਖਾਰੀ ਦੀ ਰਚਨਾ
ਮੋੜ ਮੋੜ ਪੜ੍ਹ ਕੇ ਵਿਚਾਰਦੇ ਰਹੀਏ ਤਾਂ ਇੱਕ ਤਾਂ ਉਸ ਰਚਨਾ ਵਿੱਚ ਦਿੱਤੇ ਹੋਏ ਖਿਆਲ ਨਿੱਤ ਦੇ ਪਾਠਕ ਦੇ ਆਪਣੇ ਮਨ ਵਿੱਚ ਰਚ ਜਾਂਦੇ ਹਨ ਅਤੇ ਉਸ ਦੇ ਆਪਣੇ ਖਿਆਲਾਂ ਦਾ ਹਿੱਸਾ ਬਣ ਜਾਂਦੇ ਹਨ। ਦੂਜੇ, ਉਸ ਰਚਨਾ ਦੇ ਲਫ਼ਜ਼ ਅਤੇ ਤੁਕਾਂ ਪਾਠਕ ਦੀ ਆਪਣੀ ਰੋਜ਼ਾਨਾ ਬੋਲੀ ਵਿੱਚ ਵਰਤੇ ਜਾਣ ਲੱਗ ਪੈਂਦੇ ਹਨ। ਇਹ ਦ੍ਰਿਸ਼ਟੀਕੋਣ ਤੋਂ ਗੁਰੂ ਅੰਗਦ ਸਾਹਿਬ ਦੇ ਸ਼ਲੋਕ ਪੜ੍ਹ ਕੇ ਵੇਖੋ। ਗਿਣਤੀ ਥੋੜ੍ਹੀ ਹੋਣ ਕਰਕੇ ਥੋੜ੍ਹੇ ਹੀ ਪ੍ਰਮਾਣ ਮਿਲ ਸਕਣਗੇ, ਪਰ ਇਤਨੇ ਨਾਲ ਵੀ ਇਹ ਸੱਚਾਈ ਦਿਸ ਪਏਗੀ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸੀ। ਫਿਰ ਉਹਨਾਂ ਨੇ ਅੱਗੇ ਟਾਕਰਾ ਕੀਤਾ, ਮਤਲਬ ਉਹ ਐਗਜ਼ਾਮਪਲਸ ਦਿੱਤੀਆਂ ਨੇ। ਅਤੇ ਪਹਿਲੀ ਮਤਲਬ ਗੁਰੂ ਨਾਨਕ ਦੇਵ ਜੀ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਫਿਰ ਗੁਰੂ ਅੰਗਦ ਸਾਹਿਬ ਜੀ, ਭੁੱਖਿਆਂ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾਂ ਤਾਂ ਰਜੈ ਜੇ ਗੁਣ ਕਹਿ ਗੁਣੀ ਸਮਾਏ। ਫਿਰ ਦੂਜਾ ਐਗਜ਼ਾਮਪਲ ਗੁਰੂ ਨਾਨਕ ਦੇਵ ਜੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਨਾਨਕ ਇਵੇਂ ਜਾਣੀਐ ਸਭ ਆਪੇ ਸਚਿਆਰ। ਗੁਰੂ ਅੰਗਦ ਦੇਵ ਜੀ, ਦੋਹਾਂ ਸਿਰਿਆ ਆਪੇ ਖਸਮ ਵੇਖਿਆ ਕਰ ਵਿਉਪਾਏ, ਨਾਨਕ ਇਵੇਂ ਜਾਣੀਐ ਸਭ ਕਿਛ ਤਿਸੈ ਰਜਾਏ। ਫਿਰ ਤੀਜੀ ਐਗਜ਼ਾਮਪਲ ਦਿੰਦੇ ਹਨ ਗੁਰੂ ਨਾਨਕ ਦੇਵ ਜੀ, ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੈ ਭਾਏ, ਹੁਰਮਤ ਤਿਸ ਨੂੰ ਅਗਲੀ ਉਹ ਵਜੋਂ ਪੇ ਦੂਣਾ ਖਾਏ। ਅਤੇ ਗੁਰੂ ਅੰਗਦ ਦੇਵ ਜੀ, ਚਾਕਰ ਲੱਗੈ ਚਾਕਰੀ ਨਾਲੇ ਗਾਰਬਵਾਦ, ਗੱਲਾਂ ਘਰੇ ਕਨੇਰੀਆਂ ਖਸਮ ਨਾ ਪਾਏ ਸਾਧ। ਫਿਰ ਅੱਗੇ ਲਿਖਦੇ ਹਨ ਨੋਟ। ਹਾਂਜੀ, ਇਹ ਉੱਪਰ ਦਿੱਤੇ 3 ਪ੍ਰਮਾਣ ਪਾਠਕਾਂ ਲਈ ਸ਼ਾਇਦ ਤਸੱਲੀਯੋਗ ਨਾ ਹੋਣ, ਕਿਉਂਕਿ ਇਹ ਜਪ ਜੀ ਅਤੇ ਆਸਾ ਦੀ ਵਾਰ ਵਿੱਚੋਂ ਹਨ। ਅਤੇ ਇਹਨਾਂ ਬਾਣੀਆਂ ਬਾਰੇ ਆਮ ਪ੍ਰਚਲਿਤ ਖਿਆਲ ਹੈ ਕਿ ਇਹ ਬਾਣੀਆਂ ਗੁਰੂ ਅੰਗਦ ਸਾਹਿਬ ਪਾਸ ਮੌਜੂਦ ਸਨ। ਸੋ ਇਹਨਾਂ ਤੋਂ ਇਲਾਵਾ ਹੋਰ ਸਾਂਝ ਲੱਭੀਏ। ਫਿਰ ਉਹਨਾਂ ਨੇ 2 ਐਗਜ਼ਾਮਪਲਾਂ ਹੋਰ ਦਿੱਤੀਆਂ ਨੇ ਜੀ। ਗੁਰੂ ਨਾਨਕ ਦੇਵ ਜੀ, ਸਬਾਹੀ ਸਾਲਾਹ ਜਿਨ ਧਿਆਇਆ ਇੱਕ ਮਨ, ਸਈ ਪੂਰੇ ਸਾਹ ਵਕਤੈ ਉੱਪਰ ਲੜ ਮੋਏ, ਸਭੇ ਵੇਲਾ ਵਕਤ ਸਭ ਜੇ ਅੱਠੀ ਪਊ ਹੋਏ। ਗੁਰੂ ਅੰਗਦ ਦੇਵ ਜੀ, ਸਈ ਪੂਰੇ ਸਾਹ ਜਿੰਨੀ ਪੂਰਾ ਪਾਇਆ, ਅੱਠੀ ਵੇ ਪਰਵਾਹ, ਰਹਿਨ ਇਕੱਤਾ ਰੰਗ, ਚੌਥਾ ਪਹਿਰ ਸਬਾਹ ਕੈ, ਸੁਰਤਿਆਂ ਉਪਜੈ ਚਾਓ। ਠੀਕ ਹੈ ਜੀ। ਅਤੇ ਅਗਲਾ ਐਗਜ਼ਾਮਪਲ ਉਹ ਦਿੰਦੇ ਹਨ ਗੁਰੂ ਨਾਨਕ ਦੇਵ ਜੀ, ਪਹਿਲਾ ਬਸੰਤੈ ਆਗਮਨ, ਪਹਿਲਾ ਮੌਲਾਓ ਸੋਏ, ਜਿਤ ਮੌਲਾ ਮੌਲੀਆ ਸਭ ਮੌਲੀਆ, ਤਿਸੈ ਨ ਮੌਲਾ ਕੋਏ। ਗੁਰੂ ਅੰਗਦ ਦੇਵ ਜੀ, ਪਹਿਲ ਬਸੰਤਾ ਆਗਮਨ, ਤਿਸ ਕੈ ਕਰੋ ਵਿਚਾਰ, ਨਾਨਕ ਸੋ ਸਾਲਾਹੀਐ ਜੇ ਸਬਸੈ ਦਾ ਆਧਾਰ। ਬਿਲਕੁਲ। ਹੁਣ ਇੱਕ ਤਾਂ ਇਹ ਆ ਵੀ ਤੁਸੀਂ ਦੇਖੋ ਵੀ ਇਹ ਜਿਹੜੇ ਹੈ ਨੇ ਵੀ ਸ਼ਲੋਕ ਮਹੱਲਾ ਪਹਿਲਾ, ਸੂਹੀ ਕੀ ਵਾਰ ਮਹੱਲਾ ਤੀਜਾ ਜੀ, ਯਾਨੀ ਕਿ ਵਾਰ ਜਿਹੜੀ ਆ ਉਹ ਗੁਰੂ ਅਮਰਦਾਸ ਜੀ ਦੀ ਲਿਖੀ ਹੋਈ ਆ। ਹਾਂਜੀ। ਪਰ ਉਹਦੇ ਵਿੱਚ ਸ਼ਲੋਕ ਜਿਹੜੇ ਨੇ ਇਹ 2 ਸ਼ਲੋਕ ਆਉਂਦੇ ਨੇ, ਗੁਰੂ ਨਾਨਕ ਪਾਤਸ਼ਾਹ ਦਾ ਇੱਕ ਸ਼ਲੋਕ ਅਤੇ ਇੱਕ ਸ਼ਲੋਕ ਗੁਰੂ ਅੰਗਦ ਪਾਤਸ਼ਾਹ ਜੀ। ਹੁਣ ਉਹਨਾਂ ਦੇ ਵਿੱਚ ਫਿਰ ਸਮਾਨਤਾ ਉਹ ਦਿਖਾਉਂਦੇ ਨੇ ਵੀ ਜਿੱਦਾਂ ਪਹਿਲ ਬਸੰਤ ਹੈ ਆਗਮਨ, ਪਹਿਲਾ ਮੋਲਿਓ ਸੋਏ, ਜਿਤ ਮੋਲਿਆ ਸਭ ਮੋਲੀ ਹੈ, ਤਿਸੈ ਨਾ ਮੋਲਿਓ ਕੋਏ। ਅਤੇ ਉਹ ਇਹ ਗੁਰੂ ਨਾਨਕ ਪਾਤਸ਼ਾਹ ਦੀ ਆ ਜੀ। ਅਤੇ ਕਹਿ ਲਓ ਵੀ ਥੀਸਿਸ ਕਹਿ ਲਓ ਜਾਂ ਵਿਚਾਰ। ਵਿਚਾਰ। ਅਤੇ ਗੁਰੂ ਅੰਗਦ ਪਾਤਸ਼ਾਹ ਦਾ ਪਹਿਲ ਬਸੰਤ ਹੈ ਆਗਮਨ, ਤਿਸ ਕਾ ਕਰੋ ਵਿਚਾਰ, ਨਾਨਕ ਸੋ ਸਲਾਹੀ ਹੈ ਜੇ ਸਭ ਸੈ ਦੇ ਆਧਾਰ। ਜੀ। ਸੋ ਉਹ ਇੱਕ ਤੇ ਸ਼ਬਦਾਂ ਦੀ ਸਮਾਨਤਾ ਜੀ, ਦੂਜਾ ਫਿਰ ਵੀ ਵਿਚਾਰ ਦੀ ਸਮਾਨਤਾ ਅਤੇ ਵਿਚਾਰ ਦਾ ਜਿਹੜਾ ਵੀ ਅੱਗੇ ਲੈ ਕੇ ਜਾਣਾ। ਬਿਲਕੁਲ। ਸੋ ਉਹ ਦੋਵੇਂ ਚੀਜ਼ਾਂ ਹੀ ਕਲੀਅਰਲੀ ਵੀ ਇਹ ਪੇਸ਼ ਕਰਦੀਆਂ ਵੀ ਸਬੂਤ ਵਜੋਂ ਵੀ ਜੇ ਬਾਣੀ ਨਾ ਹੁੰਦੀ ਉਹਨਾਂ ਕੋਲ ਅਤੇ ਇਹੋ ਜਿਹੀ ਸ਼ਬਦਾਂ ਦੀ ਅਤੇ ਸੋਚ ਦੀ ਸਮਾਨਤਾ ਜਿਹੜੀ ਆ ਅਤੇ ਉਹਨੂੰ ਗਾਂਹ ਇੱਕ ਸਟੈਪ ਹੋਰ ਗਾਂਹ ਲੈ ਕੇ ਜਾਣਾ ਜੀ, ਅਤੇ ਉਹ ਸੰਭਵ ਨਹੀਂ ਹੁੰਦਾ। ਬਿਲਕੁਲ ਸਹੀ ਗੱਲ। ਸੋ ਫਿਰ ਦੂਜਾ ਇਹ ਭਈ ਜੇ ਸੂਹੀ ਕੀ ਵਾਰ ਤੀਜੇ ਪਾਤਸ਼ਾਹ ਦੀ ਦੇ ਵਿੱਚ ਇਹ ਆ ਰਹੇ ਨੇ, ਸੋ ਇਹਦਾ ਮਤਲਬ ਆ ਵੀ ਤੀਜੇ ਪਾਤਸ਼ਾਹ ਨੇ ਜਦੋਂ ਸੂਹੀ ਕੀ ਵਾਰ ਲਿਖੀ ਆ ਜੀ, ਇਹਦਾ ਮਤਲਬ ਉਹਨਾਂ ਕੋਲੇ ਗੁਰੂ ਨਾਨਕ ਪਾਤਸ਼ਾਹ ਦੀ ਅਤੇ ਗੁਰੂ ਅੰਗਦ ਪਾਤਸ਼ਾਹ ਦੀ ਵੀ ਬਾਣੀ ਸੀਗੀ। ਬਿਲਕੁਲ। ਤਾਂ ਹੀ ਲਿਖੀ ਫਿਰ। ਬਿਲਕੁਲ। ਉਹਦੇ ਵਿੱਚ ਫਿਰ ਜਿਹੜੇ ਕਿਉਂਕਿ ਸੋਚਾਂ ਦੀ ਸਮਾਨਤਾ ਜਿਹੜੀ ਆ ਉੱਥੇ ਜਿਸ ਪੁਆਇੰਟ ਦੇ ਉੱਤੇ ਇਹ ਦੋਵੇਂ ਸ਼ਲੋਕ ਲਿਖੇ ਗਏ ਨੇ ਜਾਂ ਗੁਰੂ ਅਰਜਨ ਪਾਤਸ਼ਾਹ ਨੇ ਜਿੱਥੇ ਉਹਨਾਂ ਨੂੰ ਬਿਠਾਇਆ ਆ ਜੀ, ਭਈ ਉਹ ਸਾਰਾ ਕੁਛ ਜਿਹੜਾ ਵੀ ਸੋਚ ਦੀ ਸਮਾਨਤਾ ਜਿਹੜੀ ਆ ਵੀ ਉਹਦਾ ਉਹ ਵੀ ਪੇਸ਼ ਕਰ ਰਹੇ ਨੇ ਵੀ ਆਹ ਜਿਹੜੇ ਸੋਚ ਆ ਇਹ ਗੁਰੂ ਨਾਨਕ ਪਾਤਸ਼ਾਹ ਨੇ ਇਸ ਸਲੂਕ ਦੇ ਵਿੱਚ ਵੀ ਦਿੱਤੀ, ਉਹਨੂੰ ਫਿਰ ਗੁਰੂ ਅੰਗਦ ਪਾਤਸ਼ਾਹ ਨੇ ਫਿਰ ਗਾਂਹ ਵੀ ਕੀਤਾ ਅਤੇ ਤੀਜੇ ਪਾਤਸ਼ਾਹ ਨੇ ਉਹਦੇ ਬਾਰੇ ਫਿਰ ਪੌੜੀ ਜਿਹੜੀ ਆ ਵੀ ਉਹ ਪੂਰੀ ਜਿਹੜੀ ਵੀ ਉਹ ਲਿਖੀ ਹੈ। ਬਿਲਕੁਲ। ਜਿਹੜੀ ਫਿਰ ਸੂਹੀ ਕੀ ਵਾਰ ਦਾ ਹਿੱਸਾ ਬਣੀ ਹੈ ਜੀ। ਬਿਲਕੁਲ। ਹਾਂਜੀ, ਠੀਕ ਹੈ ਜੀ। ਅਤੇ ਅੱਗੇ ਫਿਰ ਥੋੜ੍ਹਾ ਜਿਹਾ ਇਹਦਾ ਰਹਿ ਗਿਆ ਜੀ, ਅਤੇ ਅੱਗੇ ਉਹ ਲਿਖਦੇ ਹਨ ਕਿ ਨੋਟ, ਇਹ ਦੋਵੇਂ ਸ਼ਲੋਕ ਇਸ ਵੇਲੇ ਤਾਂ ਸੂਹੀ ਦੀ ਵਾਰ ਦੀ ਪੌੜੀ ਨੰਬਰ
19 ਦੇ ਨਾਲ ਇਕੱਠੇ ਲਿਖੇ ਪਏ ਹਨ, ਪਰ ਇਹ ਵਾਰ ਗੁਰੂ ਅਮਰਦਾਸ ਜੀ ਦੀ ਉਚਾਰੀ ਹੋਈ ਹੈ। ਗੁਰੂ ਅੰਗਦ ਸਾਹਿਬ ਦੇ ਵੇਲੇ ਇਹ ਵਾਰ ਹੋਂਦ ਵਿੱਚ ਨਹੀਂ ਸੀ ਆਈ। ਸੋ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਦਾ ਇਹ ਸਲੋਕ ਸੂਹੀ ਕੀ ਵਾਰ ਵਿੱਚੋਂ ਨਹੀਂ ਮਿਲ ਸਕਦਾ ਸੀ। ਤਦੋਂ ਇਹ ਸਲੋਕ ਗੁਰੂ ਨਾਨਕ ਦੇਵ ਜੀ ਦੇ ਸਲੋਕਾਂ ਦੇ ਸੰਗ੍ਰਹਿ ਵਿੱਚ ਹੀ ਹੋ ਸਕਦਾ ਸੀ, ਤੇ ਉਹ ਸੰਗ੍ਰਹਿ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਤੋਂ ਹੀ ਮਿਲ ਸਕਦਾ ਸੀ। ਤੇ ਫਿਰ ਇੱਕ ਹੋਰ ਲਾਸਟ ਐਗਜ਼ਾਮਪਲ ਦਿੰਦੇ ਹਨ ਗੁਰੂ ਨਾਨਕ ਦੇਵ ਜੀ, ਜਿਨ ਕੀਆ ਤਿਨ ਦੇਖਿਆ, ਕਿਆ ਕਹੀਆ ਰੇ ਭਾਈ, ਆਪੇ ਜਾਣੈ ਕਰੇ ਆਪ, ਜਿਨ ਵਾੜੀ ਹੈ ਲਾਈ, ਤਲੰਗ ਮਹਿਲਾ ਪਹਿਲਾ ਘਰ ਦੂਜਾ। ਫਿਰ ਗੁਰੂ ਅੰਗਦ ਦੇਵ ਜੀ, ਆਪੇ ਜਾਣੈ ਕਰੇ ਆਪ, ਆਪੇ ਆਣੈ ਰਾਸ, ਸ਼ਲੋਕ ਮਹੱਲਾ ਦੂਜਾ, ਮਾਰੂ ਕੀ ਵਾਰ ਮਹੱਲਾ ਤੀਜਾ। ਤੇ ਇੱਥੇ ਉਹ ਇਸ ਚੈਪਟਰ ਨੂੰ ਖ਼ਤਮ ਕਰਦੇ ਹਨ। ਤੇ ਫਿਰ ਅਗਲੇ ਚੈਪਟਰ ਦੇ ਵਿੱਚ ਉਹ ਗੁਰੂ ਨਾਨਕ ਸਾਹਿਬ ਦੀ ਸਾਰੀ ਹੀ ਬਾਣੀ ਗੁਰੂ ਅਮਰਦਾਸ ਜੀ ਪਾਸ ਮੌਜੂਦ ਸੀ। ਇਸ ਸਿਰਲੇਖ ਹੇਠ ਫਿਰ ਉਹ ਜਿਹੜੀ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਟਾਕਰਾ ਜਿਹੜਾ ਗੁਰੂ ਅਮਰਦਾਸ ਜੀ ਦੀ ਬਾਣੀ ਦੇ ਨਾਲ ਕਰਦੇ ਹਨ। ਬਹੁਤ ਵਧੀਆ ਜੀ, ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਉੱਥੋਂ ਸ਼ੁਰੂ ਕਰਾਂਗੇ ਜੀ। ਤੇ ਇੱਥੇ ਜਿਹੜਾ ਆ ਵੀ ਉਹ ਆਪਾਂ ਫੇਰ ਇੱਕ ਵਾਰੀ ਦੁਹਰਾ ਦਈਏ ਵੀ ਜਿਹੜੀ ਸ਼ਬਦਾਂ ਦੀ ਤੇ ਵਿਚਾਰਾਂ ਦੀ ਸਮਾਨਤਾ ਆ ਜੀ, ਤੇ ਜਿਹੜਾ ਕਹਿ ਲਓ ਵੀ ਇੱਕ ਵਿਚਾਰ ਸੰਪੂਰਨ ਹੁੰਦਾ ਆ ਜਦੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ, ਗੁਰੂ ਅੰਗਦ ਪਾਤਸ਼ਾਹ ਦੇ ਸਲੋਕ ਜਿਹੜੇ ਆ ਵੀ ਉਹ ਇਕੱਠੇ ਕਰਦੇ ਆ। ਬਿਲਕੁਲ। ਤੇ ਪਲੱਸ ਫੇਰ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੱਦਾਂ ਪੰਜਵੇਂ ਪਾਤਸ਼ਾਹ ਨੇ ਫਿਰ ਦਰਜ ਕੀਤੇ ਆ ਵੀ ਜਿੱਦਾਂ ਵੀ ਸੂਹੀ ਕੀ ਵਾਰ ਜਿਹੜੀ ਤੀਜੇ ਪਾਤਸ਼ਾਹ ਨੇ ਲਿਖੀ ਆ ਵੀ ਉਹਦੇ ਹਿੱਸੇ ਵਜੋਂ ਫਿਰ ਵੀ ਉਹ ਸਲੋਕ ਜਿਹੜੇ ਆ ਵੀ ਉਹ ਪਹਿਲੇ ਤੇ ਦੂਜੇ ਪਾਤਸ਼ਾਹ ਦੇ ਇੱਕੋ ਥਾਂ ਤੇ ਆਉਂਦੇ ਆ। ਉਹ ਸਾਰਾ ਕੁਝ ਜਿਹੜਾ ਆ ਉਹ ਕਲੀਅਰ ਸਬੂਤ ਆ ਭਈ ਹਰੇਕ ਗੁਰੂ ਪਾਤਸ਼ਾਹ ਦੇ ਕੋਲੇ ਪਹਿਲੀਆਂ ਪਾਤਸ਼ਾਹੀਆਂ ਦੀ ਬਾਣੀ ਜਿਹੜੀ ਆ ਉਦੋਂ ਤੱਕ ਦਾ ਜਿਹੜਾ ਕਹਿ ਲਓ ਵੀ ਬਾਣੀ ਦਾ ਸੰਗ੍ਰਹਿ ਆ ਵੀ ਉਹ ਮੌਜੂਦ ਆ। ਬਿਲਕੁਲ। ਸੋ ਔਰ ਦੂਜਾ ਇਹ ਭਈ ਜਿਹੜਾ ਆਪਾਂ ਪੁਆਇੰਟ ਆਊਟ ਕੀਤਾ ਵੀ ਕੀ ਕਾਰਨ ਹੋਊਗਾ ਭਈ ਉਹ ਸੰਗ੍ਰਹਿ ਜਿਹੜਾ ਗੁਰਬਾਣੀ ਦਾ ਹੈਗਾ ਵੀ ਉਹ ਮੌਜੂਦ ਨਾ ਹੋ। ਬਿਲਕੁਲ, ਉਹਦਾ ਕੋਈ ਕਾਰਨ ਨਹੀਂ ਲੱਭਦਾ। ਸਵਾਏ ਕਹ ਲਓ ਵੀ ਟੁੱਚਰਾਂ ਜਿਹੜੀਆਂ ਆ ਵੀ ਦੁਸ਼ਮਣ ਦੀਆਂ ਜਿਨ੍ਹਾਂ ਨੇ ਕਹਾਣੀਆਂ ਇਹ ਗਲਤ ਮਲਤ ਘੜੀਆਂ ਜਿਨ੍ਹਾਂ ਦੇ ਆਪਣੇ ਹਿਡਨ ਏਜੰਡੇ ਜਿਹੜੇ ਵੀ ਉਹਨਾਂ ਤੋਂ ਇਲਾਵਾ ਹੋਰ ਕੋਈ ਕਾਰਨ ਨਹੀਂ ਬਣਦਾ ਵੀ ਕੋਈ ਇਹ ਆਰਗੂ ਕਰੇ ਜੀ ਵੀ ਇਹ ਵੀ ਨਾ ਗੁਰੂ ਨਾਨਕ ਪਾਤਸ਼ਾਹ ਨੇ ਗੁਰਿਆਈ ਤਾਂ ਦੂਜੇ ਪਾਤਸ਼ਾਹ ਨੂੰ ਦੇ ਦਿੱਤੀ ਪਰ ਬਾਣੀ ਨਹੀਂ ਦਿੱਤੀ। ਤੇ ਅੱਛਾ ਫਿਰ ਜੀ ਦੂਸਰੀ ਜ਼ਮੀਨੀ ਜਾਇਦਾਦ ਦਿੱਤੀ ਨਹੀਂ, ਉਹ ਤੇ ਫਿਰ ਲਖਮੀ ਦਾਸ ਨੂੰ ਦੇ ਦਿੱਤੀ। ਅੱਛਾ ਫਿਰ ਦਿੱਤਾ ਕੀ ਗੁਰਿਆਈ ਦੇ ਵਿੱਚ? ਮਤਲਬ ਇਹ ਸਵਾਲ ਜਿਹੜੇ ਆ ਵੀ ਇਹ ਨੈਚੁਰਲੀ ਸਾਡੇ ਸਾਰਿਆਂ ਦੇ ਦਿਮਾਗ ਦੇ ਵਿੱਚ ਆਉਣੇ ਚਾਹੀਦੇ। ਤਾਂ ਹੀ ਕਹਿ ਲਓ ਵੀ ਦਿਮਾਗ ਦੇ ਮਸਾਨ ਖੁੱਲ੍ਹਣੇ ਆ ਤੇ ਤਾਂ ਹੀ ਜਿਹੜਾ ਆ ਵੀ ਤੁਹਾਡਾ ਜਿਹੜਾ ਕਹਿ ਲਓ ਵੀ ਦੇਖਣੇ ਦਾ ਦਾਇਰਾ ਜਿਹੜਾ ਆ ਉਹ ਵਿਸ਼ਾਲ ਹੋਣਾ ਤੇ ਜਿਹਦੇ ਵਿੱਚੋਂ ਫਿਰ ਕੰਪਲੀਟ ਪਿਕਚਰ ਜਿਹੜੀ ਆ ਵੀ ਉਹ ਤੁਹਾਨੂੰ ਦਿਖਣੀ ਆ ਤੇ ਜਿਹਦੇ ਵਿੱਚ ਤੁਸੀਂ ਜਿਹੜੀਆਂ ਦੁਸ਼ਮਣ ਦੀਆਂ ਕੀਤੀਆਂ ਜਾ ਰਹੀਆਂ ਘੁਸਪੈਠਾਂ ਨੇ ਉਹਨਾਂ ਨੂੰ ਪਛਾਣਨਾ ਹੈ। ਬਿਲਕੁਲ ਸਹੀ ਗੱਲ। ਤੇ ਉਹਦੇ ਨਾਲ ਹੀ ਫਿਰ ਤੁਸੀਂ ਜਿਹੜਾ ਆ ਵੀ ਸਿੱਖੀ ਦਾ ਜਿਹੜਾ ਅਸਲ ਸਰੂਪ ਆ ਵੀ ਉਹਦੇ ਉੱਤੇ ਜਿਹੜਾ ਉਹਨੂੰ ਕਹਿ ਲਓ ਵੀ ਤੋੜਿਆ ਮਰੋੜਿਆ ਜਾ ਰਿਹਾ ਹੈ। ਬਿਲਕੁਲ। ਵੀ ਉਹ ਕੋਸ਼ਿਸ਼ਾਂ ਕਰਨ ਵਾਲਿਆਂ ਦੀ ਪਛਾਣ ਜਿਹੜੀ ਆ ਵੀ ਉਹ ਤੁਸੀਂ ਕਰਨੀ ਆ। ਬਿਲਕੁਲ। ਤੇ ਫਿਰ ਹੀ ਤੁਸੀਂ ਉਹਨਾਂ ਦਾ ਜਿਹੜਾ ਆ ਵੀ ਜਵਾਬ ਉਹ ਦੇ ਕੇ ਹੋਣਾ। ਬਿਲਕੁਲ ਸਹੀ ਗੱਲ ਹੈ ਭਾਈ। ਜੇ ਅਸੀਂ ਇਹਨਾਂ ਗੱਲਾਂ ਦੀ ਨੌਲੇਜ ਨਹੀਂ ਰੱਖਾਂਗੇ, ਜੇ ਸਾਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਹੋਊਗਾ ਕਿ ਦੁਸ਼ਮਣ ਕਿਸ ਤਰੀਕੇ ਨਾਲ ਹਮਲੇ ਕਰ ਰਿਹਾ ਆ, ਉਹਨੂੰ ਜੇ ਅੱਜ ਅਸੀਂ ਦੇਖਦੇ ਹਾਂ, ਹੁਣ ਇੱਕ ਵੀਡੀਓ ਘੁੰਮਦੀ ਪਈ ਹੈ ਤੇ ਉਹਦੇ 'ਚ ਕੀ ਹੈਗਾ ਆ, ਉਹ ਗੁਟਕਾ ਸਾਹਿਬ ਪ੍ਰੋਵਾਈਡ ਕਰਾਏ ਗਏ ਕਿਸੇ ਗੁਰਦੁਆਰਾ ਨੂੰ, ਗੁਰਦੁਆਰਾ ਸਾਹਿਬ ਨੂੰ। ਹੁਣ ਉਹ ਗੁਟਕੇ ਸਾਹਿਬ ਦੇ ਵਿੱਚ ਜਿੱਦਾਂ ਹੁਣ ਸੁਖਮਨੀ ਸਾਹਿਬ ਦੀ ਬਾਣੀ ਹੈ, ਉਹਨੂੰ ਸੁਖਮਨ ਲਿਖ ਦਿੱਤਾ ਹੈ, ਸੁਖਮਨਾ। ਹੁਣ ਉੱਥੇ ਉਹ ਸਿੱਧੇ ਹਮਲੇ, ਫਿਰ ਅੰਦਰ ਜਦੋਂ ਤੁਸੀਂ ਗੁਟਕਾ ਖੋਲ੍ਹਦੇ ਆ ਉਹ 'ਚ ਹਵਨ ਕਰਨ ਦੀ ਵਿਧੀਆਂ ਬੜੇ ਤਰੀਕੇ ਦੇ ਨਾਲ ਉਹਨਾਂ ਨੇ ਗੁਰਬਾਣੀ ਦੇ ਵਿੱਚ ਐਡ ਕਰਕੇ ਤੇ ਤਾਂ ਕਿ ਜਿਹੜੀ ਸਿੱਖ ਸੰਗਤ ਆ, ਜਿਹੜੇ ਸਿੱਖ ਵੀਰ ਭੈਣ ਆ ਜਿਨ੍ਹਾਂ ਨੂੰ ਗੁਰਬਾਣੀ ਬਾਰੇ ਨਹੀਂ ਨੌਲੇਜ ਹੈਗੀ, ਉਹਨਾਂ ਨੇ ਓਬਵੀਅਸਲੀ ਉੱਥੋਂ ਟਪਲਾ ਖਾਣਾ ਹੀ ਖਾਣਾ। ਬਿਲਕੁਲ। ਕਿਉਂਕਿ ਗਿਆਨ ਤੁਹਾਡੀ ਗਿਆਨ ਦੀ ਅਣਹੋਂਦ ਦੀ ਤੁਹਾਨੂੰ ਗੁਲਾਮੀ ਵੱਲ ਧੱਕਦੀ ਹੈਗੀ ਹੈ। ਤੇ ਉਹ ਫਿਰ ਜਿਹੜਾ ਗੁਲਾਮੀ ਦਾ ਜਿਹੜਾ ਜਾਲ ਆ, ਜਿਹੜਾ ਦੁਸ਼ਮਣ ਪਾਉਣਾ ਚਾਹੁੰਦਾ ਤੁਹਾਡੇ ਉੱਤੇ, ਉਹਨੇ ਇਸੇ ਤਰੀਕੇ ਨਾਲ ਤੁਹਾਡੀ ਸੋਚ ਨੂੰ ਗੁਲਾਮ ਕਰਕੇ ਆਪਣੇ ਅੰਦਰ ਲਿਆ ਕੇ ਉਹਨੇ ਤੁਹਾਨੂੰ ਰਲਗੱਡ ਕਰ ਲੈਣਾ ਹੈ। ਤੇ ਅਸੀਂ ਜਿੰਨਾ ਕੁ ਮਰਜ਼ੀ ਅਸੀਂ ਫਿਰ ਰੌਲਾ ਪਾ ਲਈਏ ਕਿ ਨਹੀਂ ਭਾਈ ਇੱਕ ਸਿੱਖ ਇੱਕ ਵੱਖਰੀ ਕੌਮ ਹੈ, ਲੇਕਿਨ ਉਹ ਜੋ ਇਕੱਲੇ ਕਹਿਣ ਨਾਲ ਨਹੀਂ ਸਰਨਾ, ਸਾਨੂੰ ਉਹ ਦੱਸਣਾ ਵੀ ਪੈਣਾ ਕਿ ਸਾਡੇ ਸਿਧਾਂਤ ਵੱਖਰੇ, ਸਾਡਾ ਰਹਿਣ ਸਹਿਣ ਵੱਖਰਾ ਆ, ਸਾਡੀ ਦਿੱਖ ਵੱਖਰੀ ਹੈਗੀ ਆ, ਤਾਂ ਹੀ ਇੱਕ ਵੱਖਰੀ ਕੌਮ ਦਾ ਅਸੀਂ ਜਿਹੜਾ ਟੀਚਾ ਆ ਉਹ ਪੂਰਾ ਕਰ ਪਾਵਾਂਗੇ। ਇਸ ਤਰੀਕੇ ਨਾਲ ਹਮਲੇ ਹੋ ਰਿਹਾ। ਜੇ ਹੁਣ ਉਹ ਕੁਛ ਵੀਰਾਂ ਨੂੰ ਉੱਥੇ ਸੀਗੀ ਨੌਲੇਜ, ਉਹਨਾਂ ਨੇ ਸਮਝ ਸੀਗੀ ਤਾਂ ਉਹਨਾਂ ਨੇ ਬੜੀ ਛੇਤੀ ਉਹਨੂੰ ਫੜ ਲਿਆ। ਤੇ ਜੇ ਨਹੀਂ ਹੁੰਦੀ ਤਾਂ ਹੋ ਸਕਦਾ ਉਹ ਕਰੀ ਜਾਂਦੇ ਤਾਂ ਉਹਨਾਂ ਨੇ ਮੰਨ ਲੈਣਾ ਸੀ ਕਿ ਗੁਰੂ ਸਾਹਿਬ ਦਾ ਹੁਕਮ ਹੈ। ਤੇ ਉਹਨਾਂ ਨੇ ਚੱਕ ਕੇ ਵੀ ਇੱਦਾਂ ਜਦੋਂ ਆਏ ਗੁਟਕੇ ਉਹੋ ਜਿਹੇ, ਉਹਨਾਂ ਨੇ ਚੱਕ ਕੇ ਤੇ ਸੰਗਤ ਦੇ
ਵਰਤਣ ਹਿੱਤ ਰੱਖਦੇ ਨੇ ਸੀ ਗੁਰਦੁਆਰੇ, ਸੰਗਤ ਨੇ ਆ ਕੇ ਉੱਦਾਂ ਹੀ ਮਤਲਬ ਵੀ ਉਹ ਜਿਹੜੇ ਵਰਤਣ ਲੱਗ ਪੈਣੇ ਸੀ, ਅਤੇ ਉਹੀ ਬਾਅਦ ਵਿੱਚੋਂ ਫਿਰ ਜਿਹੜਾ ਆ ਵੀ ਉਹ ਇੱਦਾਂ ਬਣ ਜਾਣਾ ਸੀ। ਨਾ ਜੀ, ਇਹ ਤਾਂ ਅਸੀਂ ਦਾਦਿਆਂ ਪੜਦਾਦਿਆਂ ਦੇ ਟਾਈਮ ਤੋਂ ਇੱਦਾਂ ਵਰਤ ਰਹੇ ਹਾਂ, ਤੁਸੀਂ ਕੌਣ ਹੁੰਦੇ ਕਹਿਣੇ ਵਾਲੇ ਵੀ ਇਹ ਜੀ ਗੁਰਬਾਣੀ ਨਹੀਂ ਗੀ ਜੀ। ਸੋ ਉਹੋ ਜਿਹੇ ਜਿਹੜੇ ਬਖੇੜੇ ਆ ਉਹ ਇੱਦਾਂ ਵੀ ਕਈ ਵਾਰੀ ਵੀ ਸਾਡੀ ਜਿਹੜੀ ਪਰੰਪਰਾ ਉਹਦਾ ਹਿੱਸਾ ਬਣ ਜਾਂਦੇ ਹੈਗੇ। ਨਹੀਂ ਭਾਅ ਜੀ, ਇੰਨੀ ਗੱਲ ਤਾਂ ਸਾਨੂੰ ਅੱਜ ਸਮਝ ਲੈਣੀ ਚਾਹੀਦੀ ਕਿ ਦੁਸ਼ਮਣ ਚੰਗੀ ਤਰ੍ਹਾਂ ਜਾਣਦਾ ਜੇ ਤੁਸੀਂ ਕਿਸੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜਤਾ ਤਾਂ ਤੁਸੀਂ ਉਹਨੂੰ ਸਿੱਖੀ ਤੋਂ ਤੋੜਦੇ, ਲੇਕਿਨ ਸਾਨੂੰ ਹਜੇ ਸਮਝ ਨਹੀਂ ਆ ਰਹੀ, ਦੁਸ਼ਮਣ ਸਮਝ ਚੁੱਕਾ ਹੈ। ਹੁਣ ਉਹ ਤਦੀ ਗੁਰੂ ਗ੍ਰੰਥ ਸਾਹਿਬ ਤੇ ਹਮਲੇ ਕੀਤੇ ਜਾ ਰਹੇ, ਬੜੇ ਤਰੀਕੇ ਦੇ ਨਾਲ ਹਮਲੇ ਕੀਤੇ ਜਾ ਰਹੇ ਆ। ਉਹ ਚੀਜ਼ਾਂ ਨੂੰ ਜਿਹੜੀਆਂ ਕਿ ਮਨਮਤ ਹੈਗੀਆਂ ਆ ਉਹਨਾਂ ਨੂੰ ਗੁਰਮਤ ਦੱਸਿਆ ਜਾ ਰਿਹਾ ਆ। ਹੁਣ ਦੁਸ਼ਮਣ ਨੂੰ ਵੀ ਇਹ ਪਤਾ ਆ ਕਿ ਇੱਕ ਵਾਰ ਜਿਹੜੀ ਚੀਜ਼ ਤੁਹਾਡੀ ਜਾਂ ਕੋਈ ਵਿਚਾਰ ਆ ਜਾਂ ਕੋਈ ਸੋਚ ਆ ਜੇ ਤੁਹਾਡੇ ਦਿਮਾਗ 'ਚ ਪੱਕੀ ਹੋ ਗਈ, ਉਹ ਪਰੰਪਰਾ ਦਾ ਹਿੱਸਾ ਬਣ ਗਈ, ਉਹਨੂੰ ਤੋੜਨਾ ਬੜਾ ਮੁਸ਼ਕਲ ਹੈਗਾ। ਅਤੇ ਜੇ ਉਹ ਉਸੇ ਤਰ੍ਹਾਂ ਉਹ ਹਮਲੇ ਕਰ ਰਹੇ, ਉਹ ਵਿਚਾਰਾਂ ਦੇ ਜਿਹੜਾ ਦਿਮਾਗ ਦੇ ਉੱਤੇ ਲਿਆ ਕੇ ਲੈਵਲ ਦੇ ਉੱਤੇ ਲਿਆ ਕੇ ਹਮਲੇ ਕੀਤੇ ਜਾ ਰਹੇ, ਜਿਹੜੇ ਵਿਚਾਰ ਉਹ ਦੇ ਰਹੇ ਹੈ ਉਹ ਨਿਰੋਲ ਮਨਮਤ ਦੇ ਵਿਚਾਰ ਦਿੱਤੇ ਜਾ ਰਹੇ ਆ, ਮਾਸਕ ਉਹਨਾਂ ਨੂੰ ਗੁਰਮਤ ਦਾ ਪਾਇਆ ਜਾ ਰਿਹਾ ਹੈਗਾ ਆ। ਅਤੇ ਉਹਨਾਂ ਚੀਜ਼ਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਆ ਕਿ ਕਿਸ ਤਰੀਕੇ ਨਾਲ ਦੁਸ਼ਮਣ ਸਾਡੇ 'ਤੇ ਹਮਲਾ ਕਰਕੇ ਸਾਨੂੰ ਦੁਬਾਰਾ ਗੁਲਾਮੀ ਵੱਲ ਧੱਕ ਰਿਹਾ ਆ, ਜਿੱਥੋਂ ਗੁਰੂ ਸਾਹਿਬ ਨੇ ਸਾਨੂੰ ਬੜੀ ਮਿਹਨਤ ਨਾਲ ਉੱਥੋਂ ਕੱਢਿਆ ਸੀਗਾ ਅਤੇ ਬੜੀ ਮੁਸ਼ੱਕਤ ਦੇ ਨਾਲ ਉੱਥੋਂ ਕੱਢ ਕੇ ਸਾਨੂੰ ਜਿਹੜੀ ਇੱਕ ਮਾਨਸਿਕ ਗੁਲਾਮੀ 'ਚੋਂ ਕੱਢ ਕੇ ਇੱਕ ਜਿਹੜੀ ਖੁਦ ਮੁਖਤਿਆਰੀ ਦਿੱਤੀ ਸੀਗੀ, ਅਸੀਂ ਉਹ ਗਵਾ ਕੇ ਦੁਬਾਰਾ ਹੀ ਉਹਨਾਂ ਦੇ ਗੁਲਾਮ ਬਣਨ ਨੂੰ ਫਿਰਦੇ ਹਾਂ। ਅਤੇ ਸਾਨੂੰ ਚਾਹੀਦਾ ਹੈ ਕਿ ਜਿੰਨਾ ਕੁ ਵੀ ਹੋ ਸਕਦਾ ਅਸੀਂ ਆਪਣਾ ਗਿਆਨ ਦਾ ਪੱਧਰ ਉੱਚਾ ਚੁੱਕੀਏ ਤਾਂ ਕਿ ਇਹਨਾਂ ਹਮਲਿਆਂ ਤੋਂ ਅਸੀਂ ਸੁਚੇਤ ਹੋ ਸਕੀਏ, ਕਿਉਂਕਿ ਕਿਰਪਾਨਾਂ ਦੇ ਬੰਦੂਕਾਂ ਦੇ ਹਮਲੇ ਸਾਨੂੰ ਸਾਹਮਣੇ ਦੇਖਦੇ ਕਿ ਹਮਲਾ ਕੀਤਾ ਜਾ ਰਿਹਾ। ਇਹਨਾਂ ਹਮਲੇ ਨੂੰ ਸਮਝਣ ਵਾਸਤੇ ਤੁਹਾਨੂੰ ਗਿਆਨਵਾਨ ਹੋਣਾ ਪੈਣਾ, ਤੁਹਾਨੂੰ ਸੁਚੇਤ ਹੋਣਾ ਪੈਣਾ ਕਿ ਕਿਸ ਤਰੀਕੇ ਨਾਲ ਤੁਹਾਡੇ 'ਤੇ ਇਹ ਹਮਲੇ ਕੀਤੇ ਜਾਂਦੇ। ਪੇਪਰ ਦਾ ਤੇ ਅਸੀਂ ਹਮਲਾ ਉਦੋਂ ਸਮਝ ਲੈਂਦੇ ਹਾਂ ਵੀ ਜਦੋਂ ਸਾਹਮਣੇ ਹਮਲਾ ਕਰਨੇ ਵਾਲਾ ਤੇ ਮੱਥੇ 'ਤੇ ਟਿੱਕਾ ਲਾਈ ਫਿਰਦਾ ਤੇ ਪਿੱਛੇ ਬੂੰਦੀ ਛੱਡੀ ਹੋਈ ਆ, ਸਮਝ ਜਾਂਦੇ। ਜਦੋਂ ਉਹੋ ਹੀ ਹਮਲਾ ਜਿਹੜਾ ਆ ਵੀ ਸਿਰ 'ਤੇ ਪੱਗ ਬੰਨੀ ਹੋਵੇ ਤੇ ਦਾੜੀ ਖੁੱਲੀ ਛੱਡੀ ਹੋਵੇ ਤੇ ਗਾਤਰਾ ਵੀ ਪਾਇਆ ਹੋਵੇ ਤੇ ਕੜੇ ਦੀ ਜਗ੍ਹਾ ਭਾਵੇਂ ਇਹ ਆ ਵੀ ਬ੍ਰੇਸਲੈਟ ਵੀ ਪਾ ਲਵੇ ਤੇ ਗਾਤਰਾ ਜਿਹੜਾ ਉਹ ਕੱਪੜਿਆਂ ਦੇ ਥੱਲੇ ਲੁਕੋ ਲਵੇ, ਪਰ ਫਿਰ ਵੀ ਉਹ ਜਿਹੜੀ ਦਾੜੀ ਤੇ ਪੱਗ ਆ ਵੀ ਉਥੋਂ ਵੀ ਅਸੀਂ ਟਪਲਾ ਖਾ ਜਾਂਦੇ ਆ ਵੀ ਇਹ ਆਪਣਾ ਹੀ ਬੰਦਾ ਆ ਜੀ। ਵੀ ਇਹ ਜਿਹੜੀ ਗੱਲ ਕਹਿ ਰਿਹਾ ਵੀ ਜੇ ਇਹ ਕਹਿ ਰਿਹਾ ਵੀ ਸਿੱਖੀ ਦਾ ਖੈਰ ਖੁਆਇਆ ਤੇ ਸਿੱਖੀ ਦੇ ਅਸਲ ਸਿੱਖੀ ਦੀ ਗੱਲ ਕਰ ਰਿਹਾ, ਕਿਉਂਕਿ ਸਾਡੇ ਕੋਲੇ ਗਿਆਨ ਹੈ ਨਹੀਂ, ਸੋ ਇਸ ਕਰਕੇ ਅਸੀਂ ਇਹ ਉਦਾਂ ਹੀ ਫੇਸ ਵੈਲਿਊ ਤੇ ਲੈ ਲੈਣਾ ਵੀ ਹਾਂ ਵੀ ਠੀਕ ਗੱਲ ਆ, ਸਿੱਖੀ ਦੇ ਭਲੇ ਦੀ ਗੱਲ ਕਰ ਰਿਹਾ। ਸਹੀ ਗੱਲ ਹੈ, ਕਿਉਂਕਿ ਉਹ ਰੌਲਾ ਪਾ ਰਿਹਾ ਨਾ ਕਿ ਮੈਂ ਸਿੱਖੀ ਦੇ ਭਲੇ ਦੀ ਗੱਲ ਕਰ ਰਿਹਾ ਹਾਂ, ਕਿਉਂਕਿ ਹੁਣ ਦੁਸ਼ਮਣ ਦੀਆਂ ਭਾਈ ਚਾਲਾਂ ਸਮੇਂ-ਸਮੇਂ 'ਤੇ ਬਦਲਦੀਆਂ ਰਹਿੰਦੀਆਂ ਆ ਅਤੇ ਉਹ ਸਟਰੋਂਗ ਕਰਦਾ ਰਹਿੰਦਾ ਆਪਣੇ ਆਪ ਨੂੰ। ਹੁਣ ਜਿਹੜੇ ਇੱਕ ਨਵੀਂ ਚਾਲ ਦੇ ਤਹਿਤ ਇੱਕ ਓਂਕਾਰ ਨੂੰ ਬੜੇ ਤਰੀਕੇ ਦੇ ਨਾਲ ਇੱਕ ਉਹ ਕਰਕੇ ਇੱਦਾਂ ਪ੍ਰਚਾਰਿਆ ਜਾ ਰਿਹਾ ਕਿ ਭਾਈ ਇੱਕ ਇੱਕ ਓਂਕਾਰ ਨਹੀਂ ਹੈਗਾ, ਤਾਂ ਉਹ ਚੀਜ਼ਾਂ ਇਹ ਹਮਲੇ ਆ ਜਿਹੜੇ ਸਾਨੂੰ ਗੁਰਬਾਣੀ ਤੋਂ ਤੋੜਦੇ ਆ ਅਤੇ ਗੁਰਬਾਣੀ ਤੋਂ ਵੀ ਤੋੜਦੇ ਆ, ਐਕਚੁਅਲੀ ਉਹ ਗੁਰਬਾਣੀ ਨੂੰ ਹੀ ਤੋੜ ਮਰੋੜ ਰਹੇ ਹੈਗੇ ਆ। ਅਤੇ ਉਹ ਚੀਜ਼ਾਂ ਨੂੰ ਸਾਨੂੰ ਸਮਝਣ ਦੀ ਲੋੜ ਆ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਸਿਧਾਂਤ ਦੇ ਉੱਤੇ ਹਮਲੇ ਕਰ ਰਹੇ ਆ, ਲੰਮੀ ਪਲੈਨਿੰਗਾਂ ਕਰਕੇ, ਅਤੇ ਉਸ ਤਰੀਕੇ ਨਾਲ ਸਾਨੂੰ ਸਮਝਣ ਦੀ ਲੋੜ ਹੈ ਕਿ ਇਹਨਾਂ ਨੂੰ ਆਪਾਂ ਜੇ ਸਮਝਣਾ ਹੈ ਤਾਂ ਸਾਨੂੰ ਗਿਆਨਵਾਨ ਹੋਣਾ ਪੈਣਾ ਆ। ਅਤੇ ਅਸੀਂ ਜਿੰਨੇ ਵੀ ਸਾਡੇ ਸਰੋਤੇ ਰੇਡੀਓ ਦੇ ਹੈਗੇ ਅਸੀਂ ਉਹਨਾਂ ਨੂੰ ਸਾਰਿਆਂ ਨੂੰ ਵਾਰ-ਵਾਰ ਇਹੀ ਬੇਨਤੀ ਕਰਦੇ ਹਾਂ ਕਿ ਜਿੰਨਾ ਵੀ ਹੋ ਸਕਦਾ ਆਪ ਗੁਰਬਾਣੀ ਪੜ੍ਹੋ, ਵਿਚਾਰੋ, ਤਾਂ ਕਿ ਉਹ ਇੱਕ ਸੋਚ ਤੁਸੀਂ ਆਪਣੇ ਅੰਦਰ ਡਿਵੈਲਪ ਕਰ ਸਕੋ ਇਹੋ ਜਿਹੇ ਹਮਲਿਆਂ ਨੂੰ ਪਛਾਣਨ ਵਾਸਤੇ। ਅਤੇ ਅੱਜ ਦੇ ਪ੍ਰੋਗਰਾਮ ਦੇ ਅਸੀਂ ਵੀ ਇੱਥੇ ਸਮਾਪਤੀ ਕਰਦੇ ਹਾਂ ਅਤੇ ਸਾਡੇ ਦੋਹਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।